ਸ਼ਲੋਕ ਮਹਿਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤਾਵੇ। ਇਸ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਐਸੇ ਧਾਰਮਿਕ ਲੋਕਾਂ ਦੀ ਜ਼ਿੰਦਗੀ ਦੱਸ ਰਹੇ ਨੇ ਕਿ ਬਾਹਰੋਂ ਉਹ ਧਾਰਮਿਕ ਨੇ, ਆਪਣੇ ਆਪ ਨੂੰ ਵਿਸ਼ਨੂੰ ਦਾ ਭਗਤ ਅਖਵਾਉਂਦਾ ਹੈ, ਵੈਸ਼ਨੂੰ ਅਖਵਾਉਂਦਾ ਹੈ, ਤੇ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਉਤੋਂ ਉਹ ਰਹਿਤ ਰੱਖ ਰਹੇ ਨੇ, ਬਾਹਰੀ ਭੇਸ਼ ਧਾਰਨ ਕੀਤਾ ਹੋਇਆ ਹੈ, ਲੇਕਿਨ ਅੰਦਰ ਜੋ ਸੋਚ ਹੈ ਉਹ ਧਾਰਮਿਕ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਹੜਾ ਕੇਵਲ ਬਾਹਰੀ ਪਹਿਨਾਵਾ ਹੈ ਉਹ ਮਨੁੱਖ ਦੇ ਆਤਮਿਕ ਜੀਵਨ ਦੇ ਅੰਦਰ ਸਹਾਇਕ ਨਹੀਂ ਹੁੰਦਾ, ਉਹ ਸਾਡੀ ਕੋਈ ਸਹਾਇਤਾ ਨਹੀਂ ਕਰਦਾ। ਅਸਲੀ ਜੋ ਗੱਲ ਹੈ ਉਹ ਹੈ ਸੋਚ ਨੂੰ ਸੱਚ ਦੇ ਨਾਲ ਜੋੜਨ ਦੀ, ਬੋਲਾਂ ਨੂੰ ਔਰ ਬਿਹੇਵੀਅਰ ਨੂੰ, ਯਾਨੀ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੇ ਨਹੀਂ ਜੁੜੇ ਤਾਂ ਜੋ ਬਾਹਰੀ ਵੇਸ਼-ਭੂਸ਼ਾ ਹੈ, ਬਾਹਰੀ ਜੋ ਪਹਿਨਾਵੇ ਨੇ, ਬਾਹਰੀ ਜੋ ਵਿਖਾਵਾ ਹੈ, ਉਹ ਕਦੇ ਵੀ ਮਨੁੱਖ ਦਾ ਕੁਝ ਸਵਾਰਦਾ ਨਹੀਂ। ਸਗੋਂ ਜੋ ਅੰਦਰੋਂ ਸੱਚ ਨਾਲੋਂ ਟੁੱਟੇ ਨੇ ਔਰ ਬਾਹਰੀ ਤੌਰ ਤੇ ਧਾਰਮਿਕ ਪਹਿਨਾਵੇ ਪਹਿਨਦੇ ਨੇ, ਉਹ ਸਗੋਂ ਜ਼ਿਆਦਾ ਖਤਰਨਾਕ ਲੋਕ ਨੇ। ਉਹ ਲੋਕਾਂ ਦਾ ਆਰਥਿਕ ਮਾਨਸਿਕ ਸ਼ੋਸ਼ਣ ਵੀ ਕਰਦੇ ਨੇ, ਆਪ ਵੀ ਜੀਵਨ ਦੇ ਅਸਲ ਮਾਰਗ ਤੋਂ ਭੁੱਲੇ ਹੋਏ ਨੇ ਔਰ ਹੋਰ ਵੀ ਲੋਕਾਂ ਨੂੰ ਭਟਕਾਉਣ ਦਾ ਕਾਰਨ ਬਣਦੇ ਨੇ। ਔਰ ਐਸੇ ਲੋਕਾਂ ਕਰਕੇ ਆਮ ਜੋ ਭੋਲੇ ਭਾਲੇ ਲੋਕ ਨੇ ਉਹਨਾਂ ਦਾ ਧਰਮ ਤੋਂ ਵਿਸ਼ਵਾਸ ਵੀ ਉੱਠਦਾ ਹੈ। ਗੁਰੂ ਜੀ ਬਚਨ ਕਰਦੇ ਹਨ, ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ। ਅੰਦਰੋਂ ਅੰਨਾ ਦਾ ਮਤਲਬ ਉਹਦੀ ਸੋਚ ਮਾੜੀ ਹੈ, ਸੋਚ ਮਾੜੀ ਹੈ, ਅੰਦਰ ਅਗਿਆਨਤਾ ਹੈ। ਬਾਹਰੋਂ ਅੰਨਾ ਦਾ ਮਤਲਬ ਜਿਹੜੀਆਂ ਬਾਹਰ ਦੀਆਂ ਕਰਤੂਤਾਂ ਨੇ ਉਹ ਵੀ ਮਾੜੀਆਂ ਨੇ, ਯਾਨੀ ਜਿਹੜੇ ਕਰਮ ਨੇ ਉਹ ਮਾੜੇ ਨੇ। ਅੰਦਰੋਂ ਬਾਹਰੋਂ ਦਾ ਮਤਲਬ ਮਨ ਤੋਂ ਵੀ ਔਰ ਸਰੀਰ ਕਰਕੇ ਵੀ ਸੋਚ ਵੀ ਮਾੜੀ ਔਰ ਕੰਮ ਵੀ ਮਾੜੇ। ਕੂੜੀ ਕੂੜੀ ਗਾਵੇ ਦਾ ਮਤਲਬ ਝੂਠੀ ਝੂਠੀ ਗਾਉਂਦਾ ਹੈ ਬਿਸ਼ਨ ਪਦੇ, ਝੂਠੀ ਮੁੱਠੀ ਰੱਬ ਦੀ ਸਿਫਤ ਕਰਦਾ ਹੈ, ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਜੋ ਵੀ ਕਿਸੇ ਦਾ ਹੈ। ਅੰਦਰੋਂ ਵੀ ਸੋਚ ਮਾੜੀ ਹੈ, ਬਾਹਰਲੇ ਬਿਹੇਵੀਅਰ ਵੀ ਮਾੜਾ ਹੈ, ਲੇਕਿਨ ਝੂਠੀ ਮੁੱਠੀ ਮੂੰਹ ਦੇ ਵਿੱਚੋਂ ਰੱਬ 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 ਕਰਦਾ ਹੈ। ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤਾਵੇ। ਦੇਹੀ ਧੋਵੇ ਦਾ ਮਤਲਬ ਸਰੀਰ ਨੂੰ ਧੋਂਦਾ ਹੈ, ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਸਰੀਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖਦਾ ਹੈ। ਚੱਕਰ ਬਣਾਵੇ ਦਾ ਮਤਲਬ, ਚੱਕਰ ਦਾ ਮਤਲਬ ਇੱਥੇ ਹੈਗਾ ਨਿਸ਼ਾਨ। ਨਿਸ਼ਾਨ ਜੋ ਵੈਸ਼ਨੂੰ ਲੋਕ ਬਾਹਾਂ ਤੇ ਲਾਉਂਦੇ ਨੇ, ਧਾਰਮਿਕ ਤੌਰ ਤੇ ਬਾਹਰੀ ਚਿੰਨ੍ਹ ਬਣਾ ਦਿੰਦੇ ਨੇ, ਬਾਹਾਂ ਦੇ ਉੱਤੇ ਉਹਨਾਂ ਨੇ ਕੁਝ ਨਿਸ਼ਾਨ ਵਗੈਰਾ ਬਣਾਏ ਹੁੰਦੇ ਨੇ, ਜਿਵੇਂ ਕਈ ਮੱਥੇ ਤੇ ਤਿਲਕ ਲਗਾ ਲੈ। ਦੇਹੀ ਧੋਵੇ ਚੱਕਰ ਬਣਾਏ, ਸਰੀਰ ਨੂੰ ਧੋਂਦਾ ਹੈ, ਤੀਰਥਾਂ ਵਿੱਚ ਇਸ਼ਨਾਨ ਕਰਦਾ ਹੈ, ਸਰੀਰ ਦੇ ਉੱਤੇ ਧਾਰਮਿਕ ਚੱਕਰ ਵੀ ਬਣਾਏ ਹੋਏ ਨੇ, ਪਿੰਡੇ ਦੇ ਉੱਤੇ ਚੱਕਰ ਬਣਾਏ ਹੋਏ ਨੇ। ਪਰ ਮਾਇਆ ਨੂੰ ਬਹੁਤਾਵੇ, ਜਿਹੜੀ ਉਹਦੀ ਸਾਰੀ ਦੌੜ ਭੱਜ ਹੈ ਉਹ ਮਾਇਆ ਵਾਸਤੇ ਹੈ। ਇਹ ਸਾਰੀ ਦੌੜ ਭੱਜ ਜਿਹੜੀ ਇਹ ਸਿਰਫ ਪੈਸੇ ਵਾਸਤੇ ਹੈ, ਧਨ ਦੌਲਤ ਵਾਸਤੇ ਹੈ। ਸੋਚ ਵੀ ਮਾੜੀ ਹੈ, ਬਿਹੇਵੀਅਰ ਵੀ ਮਾੜਾ ਹੈ, ਵੈਸੇ ਧਾਰਮਿਕ ਕੱਪੜੇ ਪਾਏ ਨੇ, ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਸਰੀਰ ਤੇ ਧਾਰਮਿਕ ਚਿੰਨ੍ਹ ਬਣਾਏ ਹੋਏ ਨੇ, ਆਪਣੇ ਆਪ ਨੂੰ ਵੈਸ਼ਨੂੰ ਅਖਵਾਉਂਦਾ ਹੈ, ਲੇਕਿਨ ਸਾਰੀ ਭੱਜ ਦੌੜ ਸਿਰਫ ਮਾਇਆ ਕਰਕੇ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਅੰਦਰ ਮੈਲ ਨਾ ਉਤਰੈ ਹਉਮੈ, ਫਿਰ ਆਵੇ ਜਾਵੇ। ਆਵੇ ਜਾਵੇ ਦਾ ਮਤਲਬ ਆਉਂਦਾ ਹੈ ਜਾਂਦਾ ਹੈ, ਮਤਲਬ ਭਟਕਦਾ ਹੈ। ਆਉਣ ਜਾਣ ਦਾ ਮਤਲਬ ਹੈ ਭਟਕਣਾ। ਅੰਦਰ ਮੈਲ ਨਾ ਉਤਰੇ ਹਉਮੈ, ਅੰਦਰ ਹਉਮੈ ਦੀ ਮੈਲ ਹੈ, ਅੰਦਰ ਵਿਕਾਰਾਂ ਦੀ ਮੈਲ ਹੈ। ਅੰਦਰਲੀ ਜੋ ਹਉਮੈ ਦੀ ਵਿਕਾਰਾਂ ਦੀ ਮੈਲ ਹੈ ਉਹ ਸਿਰਫ ਬਾਹਰੋਂ ਧਾਰਮਿਕ ਕੱਪੜੇ ਪਾਉਣ ਦੇ ਨਾਲ ਤਾਂ ਉਤਰਨੀ ਨਹੀਂ, ਬਾਹਰੋਂ ਸਰੀਰ ਨੂੰ ਤੀਰਥਾਂ ਵਿੱਚ ਇਸ਼ਨਾਨ ਕਰਨ ਦੇ ਨਾਲ ਅੰਦਰ ਦੀ ਮੈਲ ਤਾਂ ਉਤਰਨੀ ਨਹੀਂ ਹੈ। ਅੰਦਰ ਦੀ ਮੈਲ ਸਰੀਰ ਦੇ ਉੱਤੇ ਟੈਟੂ ਬਣਾਉਣ ਨਾਲ, ਚੱਕਰ ਬਣਾਉਣ ਨਾਲ ਤਾਂ ਉਤਰਦੀ ਨਹੀਂ। ਇਸ ਕਰਕੇ ਫਿਰ ਆਵੇ ਜਾਵੇ ਦਾ ਮਤਲਬ ਉਹਦਾ ਮਨ ਫਿਰ ਭਟਕਦਾ ਰਹਿੰਦਾ ਹੈ, ਮੁੜ ਕੇ ਉਹ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ। ਉਹਦਾ ਮਨ ਕਿਤੇ ਵੀ ਸੱਚ ਦੇ ਉੱਤੇ ਟਿਕਦਾ ਨਹੀਂ ਹੈ। ਔਰ ਐਸਾ ਇਨਸਾਨ
ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ। ਨੀਂਦ ਵਿਆਪਿਆ ਦਾ ਮਤਲਬ ਕਿ ਨੀਂਦ ਨੇ ਉਹਦੇ ਉੱਤੇ ਪ੍ਰਭਾਵ ਪਾਇਆ ਹੋਇਆ ਹੈ, ਕਿ ਉਹ ਨੀਂਦ ਸਰੀਰ ਵਾਲੀ ਨਹੀਂ ਕਿ ਅੱਖਾਂ ਬੰਦ ਹੋ ਜਾਣੀਆਂ। ਇੱਥੇ ਨੀਂਦ ਦਾ ਮਤਲਬ ਹੈ ਗਫਲਤ ਦੀ ਨੀਂਦ, ਲਾਪਰਵਾਹੀ ਦੀ ਨੀਂਦ, ਲਾਪਰਵਾਹ ਹੋਇਆ ਹੋਇਆ ਹੈ, ਅਗਿਆਨਤਾ ਦੀ ਨੀਂਦ ਆਈ ਹੋਈ ਹੈ, ਲਾਪਰਵਾਹੀ ਦਾ ਦੱਬਿਆ ਹੋਇਆ ਹੈ, ਲਾਪਰਵਾਹੀ ਵਿੱਚ ਸੁੱਤਾ ਹੋਇਆ ਹੈ, ਖਚਤ ਹੈ। ਕਾਮ ਸੰਤਾਪਿਆ ਦਾ ਮਤਲਬ ਕਾਮ ਵਾਸਨਾਵਾਂ ਦਾ ਮਾਰਿਆ ਹੋਇਆ ਹੈ, ਪਰਾਏ ਘਰ ਤੱਕਦਾ ਹੈ। ਮੁਖੋਂ ਹਰ ਹਰ ਕਹਾਵੇ, ਪਰ ਮੂੰਹ ਚੋਂ ਰੱਬ ਰੱਬ ਕਰੀ ਜਾਂਦਾ ਹੈ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰੀ ਜਾਂਦਾ ਹੈ, ਜੋ ਵੀ ਕਿਸ ਨਾਮ ਲੈਂਦਾ ਹੈ। ਇੱਥੇ ਵੈਸ਼ਨੂਆਂ ਦੀ ਗੱਲ ਹੋ ਰਹੀ ਹੈ ਤਾਂ ਹਰੀ ਹਰੀ ਕਹਿ ਰਿਹਾ ਹੈ, ਰੱਬ ਰੱਬ ਕਹਿ ਰਿਹਾ ਹੈ। ਅੰਦਰ ਅਗਿਆਨਤਾ ਹੈ, ਲਾਪਰਵਾਹ ਹੈ ਫਰਜ਼ਾਂ ਵੱਲੋਂ, ਕਾਮ ਵਾਸਨਾਵਾਂ ਸਤਾ ਰਹੀਆਂ ਨੇ, ਪਰਾਏ ਘਰਾਂ ਨੂੰ ਤੱਕਦਾ ਹੈ, ਪਰ ਬਾਹਰੋਂ ਸਰੀਰ ਨੂੰ ਤੀਰਥਾਂ ਵਿੱਚ ਟੁਬਕੀਆਂ ਲਗਵਾਉਂਦਾ ਹੈ, ਸਰੀਰ ਤੇ ਧਾਰਮਿਕ ਕੱਪੜੇ ਪਾਏ ਨੇ, ਸਰੀਰ ਤੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਔਰ ਮੁਖੋਂ ਹਰ ਹਰ ਕਹਾਵੇ, ਮੁਖੋਂ ਰੱਬ ਰੱਬ ਵੀ ਕਰੀ ਜਾਂਦਾ ਹੈ। ਤਾਂ ਐਸੇ ਜੀਵਨ ਦਾ ਕੋਈ ਲਾਭ ਨਹੀਂ ਹੈ। ਅਗਲੀ ਪੰਕਤੀ ਵਿੱਚ ਦੱਸਦੇ ਨੇ, ਬੈਸਨੋ ਨਾਮ ਕਰਮ ਹੋ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ। ਇਸ ਪੰਕਤੀ ਦੇ ਵਿਸਰਾਮ ਇਸ ਤਰ੍ਹਾਂ ਹੋਣਗੇ, ਬੈਸਨੋ ਨਾਮ ਕਰਮ ਹੋ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ। ਵੈਸ਼ਨੂ ਨਾਮ ਦਾ ਮਤਲਬ ਆਪਣਾ ਨਾਮ ਉਹਨੇ ਵੈਸ਼ਨੂ ਰਖਵਾਇਆ ਹੋਇਆ ਹੈ। ਵੈਸ਼ਨੂ ਦਾ ਮਤਲਬ ਵਿਸ਼ਨੂੰ ਦਾ ਭਗਤ, ਯਾਨੀ ਆਪਣੇ ਆਪ ਨੂੰ ਵਿਸ਼ਨੂੰ ਦਾ ਭਗਤ ਰਖਵਾਉਂਦਾ ਹੈ। ਨਾਮ ਉਹਨੇ ਰਖਵਾਇਆ ਹੋਇਆ ਹੈ ਵਿਸ਼ਨੂੰ ਦਾ ਭਗਤ, ਕਿ ਮੈਂ ਵੈਸ਼ਨੂ ਹਾਂ। ਕਰਮ ਹੋ ਜੁਗਤਾ, ਜੁਗਤਾ ਦਾ ਮਤਲਬ ਜੁੜੇ ਹੋਏ, ਤੇ ਜਿਹੜੇ ਉਹਦੇ ਕੰਮ ਨੇ ਉਹ ਹਉਮੈ ਦੇ ਸੰਯੁਕਤ ਨੇ, ਹਉਮੈ ਦੇ ਆਸਰੇ ਕਰਮ ਕਰ ਰਿਹਾ ਹੈ। ਜ਼ਿੰਦਗੀ ਦੇ ਅੰਦਰ ਹਉਮੈ ਹੈ, ਹਉਮੈ ਦੇ ਆਸਰੇ ਕਰਮ ਕਰਦਾ ਹੈ, ਨਾਮ ਆਪਣਾ ਵੈਸ਼ਨੂ ਰੱਖਿਆ ਹੋਇਆ ਹੈ। ਤੋਹ ਕੁੱਟੈ, ਤੋਹ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਛੱਡਦੇ ਆ ਨਾ ਝੋਨਾ, ਜੀਰੀ, ਮੁੰਜੀ, ਤਾਂ ਉਹ ਕੁੱਟਣ ਦੇ ਨਾਲ ਚੌਲ ਅਲੱਗ ਹੋ ਜਾਂਦੇ ਨੇ, ਛਿੱਲੜ ਵੱਖਰੇ ਰਹਿ ਜਾਂਦੇ ਨੇ। ਜੋ ਚੌਲਾਂ ਦੇ ਛਿੱਲੜ ਨੇ ਉਹਨਾਂ ਨੂੰ ਕਹਿੰਦੇ ਨੇ ਤੋਹ। ਹੁਣ ਜੇ ਤੇ ਤੁਸੀਂ ਝੋਨਾ ਛੱਡੋਗੇ ਉਹਦੇ ਵਿੱਚੋਂ ਤੇ ਚੌਲ ਨਿਕਲਣਗੇ, ਤੇ ਜੇ ਕੋਈ ਝੋਨੇ ਦੇ ਛਿਲਕਿਆਂ ਨੂੰ ਕੁੱਟੀ ਜਾਏ ਛੜੀ ਜਾਏ, ਉਹਦੇ ਵਿੱਚੋਂ ਕੀ ਨਿਕਲੇਗਾ? ਸਿਰ ਦੇ ਵਿੱਚ ਉੱਡ ਉੱਡ ਕੇ ਘੱਟਾ ਹੀ ਪਏਗਾ। ਕਿਆ ਫਲ ਪਾਵੇ ਦਾ ਮਤਲਬ ਕੋਈ ਫਲ ਨਹੀਂ ਮਿਲਦਾ। ਤਾਂ ਗੁਰੂ ਜੀ ਕਹਿੰਦੇ ਨੇ ਆਪਣਾ ਨਾਮ ਵੀ ਵੈਸ਼ਨੂ ਵਿਸ਼ਨੂੰ ਦਾ ਭਗਤ ਰੱਖਿਆ ਹੋਇਆ ਹੈ, ਪਰ ਕਰਮ ਕਰਕੇ ਹਉਮੈ ਵਿੱਚ ਜਕੜਿਆ ਪਿਆ ਹੈ। ਸਰੀਰ ਧੋਣ, ਚੱਕਰ ਬਣਾਉਣ ਆਦਿਕ ਕਰਮ ਜਿਹੜੇ ਨੇ ਇਹ ਇੰਜ ਨੇ ਜਿਵੇਂ ਕੋਈ ਮੁੰਜੀ ਦੇ ਛਿਲਕੇ ਨੂੰ ਕੁੱਟ ਰਿਹਾ ਹੋਵੇ, ਉਹਨਾਂ ਦੇ ਵਿੱਚੋਂ ਕੋਈ ਫਲ ਨਹੀਂ ਮਿਲਦਾ। ਜਿਵੇਂ ਮੁੰਜੀ ਦੇ ਛਿਲਕੇ ਨੂੰ ਕੁੱਟਣ ਨਾਲ ਕੋਈ ਫਲ ਨਹੀਂ ਮਿਲਦਾ, ਇਸੇ ਤਰ੍ਹਾਂ ਸਿਰਫ ਸਰੀਰ ਤੇ ਧਾਰਮਿਕ ਕੱਪੜੇ ਪਾਉਣ, ਧਾਰਮਿਕ ਚਿੰਨ੍ਹ ਧਾਰਨ ਕਰਨ ਨਾਲ, ਮੁਖੋਂ ਰੱਬ ਰੱਬ ਕਰਨ ਨਾਲ ਔਰ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਕੋਈ ਫਲ ਨਹੀਂ ਮਿਲਦਾ। ਇਹ ਸਾਰੇ ਕਰਮ ਬੇਕਾਰ ਨੇ। ਇਹ ਕਰਮ ਐਵੇਂ ਨੇ ਜਿਵੇਂ ਕੋਈ ਮੁੰਜੀ ਦੇ ਛਿਲਕੇ ਕੁੱਟ ਰਿਹਾ ਹੋਵੇ ਔਰ ਉਹਦੇ ਵਿੱਚੋਂ ਚੌਲ ਲੱਭਣਾ ਚਾਹੇ। ਇਹ ਕਰਮ ਸਾਰੇ ਦੇ ਸਾਰੇ ਵਿਅਰਥ ਨੇ। ਤਾਂ ਬੰਦਾ ਦੇਖੋ ਬਾਹਰੋਂ ਧਾਰਮਿਕ ਬਾਣਾ ਪਾਈ ਫਿਰਦਾ ਹੈ, ਨਾਮ ਉਹਨੇ ਆਪਣਾ ਵੈਸ਼ਨੂ ਰੱਖਿਆ ਹੈ, ਸਰੀਰ ਤੇ ਧਾਰਮਿਕ ਚਿੰਨ੍ਹ ਬਣਾਏ ਹੋਏ ਨੇ, ਤੀਰਥਾਂ ਤੇ ਇਸ਼ਨਾਨ ਕਰਦਾ ਹੈ, ਕਰਮਾਂ ਦੇ ਅੰਦਰ ਹਉਮੈ ਹੈ, ਔਰ ਬਸਤਰ ਵੀ ਉਹਨੇ ਧਾਰਮਿਕ ਪਾਏ ਨੇ, ਮੂੰਹ ਚੋਂ ਰੱਬ ਰੱਬ ਵੀ ਕਰ ਰਿਹਾ ਹੈ। ਗੁਰੂ ਜੀ ਕਹਿੰਦੇ ਨੇ ਸਾਰੇ ਕਰਮ ਇੰਜ ਨੇ ਜਿਵੇਂ ਮੁੰਜੀ ਦੇ ਛਿਲਕੇ ਨੂੰ ਕੁੱਟਣਾ, ਉਹਦੇ ਚੋਂ ਕੁਝ ਨਹੀਂ ਮਿਲਦਾ। ਇਸੇ ਤਰ੍ਹਾਂ ਐਸੇ ਵਿਖਾਵੇ ਦੇ ਕਰਮ ਕਰਨ ਦੇ ਨਾਲ ਕਦੇ ਵੀ ਆਤਮਿਕ ਜੀਵਨ ਨਹੀਂ ਬਦਲਦਾ ਜਦੋਂ ਤੱਕ ਬੰਦਾ ਸੋਚ ਨੂੰ ਨਾ ਬਦਲੇ। ਤੇ ਅਗਲਾ ਬਚਨ ਕਰਦੇ ਨੇ, ਹੰਸਾਂ ਵਿੱਚ ਬੈਠਾ ਬੱਗ ਨਾ ਬਣਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਬੱਗ ਦਾ ਮਤਲਬ ਬਗਲਾ, ਤਾਰ ਦਾ ਮਤਲਬ ਹੈਗਾ ਤਾੜੀ, ਧਿਆਨ। ਹੰਸਾਂ ਵਿੱਚ ਬੈਠਾ ਹੋਇਆ ਬਗਲਾ ਕਦੇ ਹੰਸ ਨਹੀਂ ਬਣ ਜਾਂਦਾ, ਕਿਉਂਕਿ ਉਹ ਹੰਸਾਂ ਦੇ ਵਿੱਚ ਬੈਠਾ ਹੋਇਆ ਵੀ ਉਹਦੀ ਨਜ਼ਰ ਮੱਛੀ ਤੇ ਰਹਿਣੀ, ਡੱਡੀ ਮੱਛੀ ਕੋਈ ਆਏ। ਬੇਸ਼ੱਕ ਸਰੋਵਰ ਵਿੱਚ ਹੈ, ਸਰੋਵਰ ਵਿੱਚ ਹੰਸ ਵੀ ਨੇ, ਸਰੋਵਰ ਦੇ ਵਿੱਚ ਬਗਲਾ ਵੀ ਹੈ, ਬਗਲੇ ਦੇ ਵੀ ਖੰਭ ਚਿੱਟੇ ਨੇ, ਔਰ ਬਗਲਾ ਬੜਾ ਸ਼ਾਂਤ ਖੜਾ ਹੈ, ਇੱਕ ਪੈਰ ਤੇ ਖੜਾ ਹੈ। ਤਾਂ ਹੁਣ ਚਿੱਟੇ ਰੰਗ ਸਰੋਵਰ ਦੇ ਵਿੱਚ
ਹੰਸਾਂ ਦੇ ਵਿੱਚ ਬਹਿ ਕੇ ਬਗਲਾ ਹੰਸ ਨਹੀਂ ਬਣ ਜਾਂਦਾ, ਕਿਉਂਕਿ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਉਹ ਹੰਸਾਂ ਵਿੱਚ ਬੈਠਾ ਹੋਇਆ ਵੀ ਉਹਦੀ ਜਿਹੜੀ ਤਾੜੀ ਹੈ, ਉਹਦੀ ਜਿਹੜੀ ਤਾਰ ਹੈ, ਸੁਰਤ ਹੈ, ਉਹ ਡੱਡੀਆਂ ਮੱਛੀਆਂ ਵਿੱਚ ਹੀ ਲੱਗੀ ਰਹਿੰਦੀ ਹੈ। ਇਸੇ ਤਰ੍ਹਾਂ ਜੇ ਕੋਈ ਬੰਦਾ ਬਾਹਰੋਂ ਧਾਰਮਿਕ ਲੋਕਾਂ ਨੂੰ ਵੇਖ ਕੇ ਉਹਨਾਂ ਵਰਗਾ ਬਾਣਾ ਪਾ ਲਵੇ, ਉਹਨਾਂ ਵਰਗੇ ਚਿੰਨ੍ਹ ਧਾਰਨ ਕਰ ਲੈ, ਉਹਨਾਂ ਦੀ ਬਾਹਰੀ ਨਕਲ ਕਰੇ, ਤਾਂ ਗੁਰੂ ਜੀ ਕਹਿੰਦੇ ਨੇ ਐਵੇਂ ਬਾਣੇ ਪਾਣ ਨਾਲ ਤੇ ਭੇਸ਼ ਧਾਰਨ ਕਰਨ ਨਾਲ, ਚੱਕਰ ਬਣਾਉਣ ਨਾਲ, ਤੀਰਥਾਂ ਦੇ ਵਿੱਚ ਨਹਾਉਣ ਦੇ ਨਾਲ ਬੰਦਾ ਧਾਰਮਿਕ ਨਹੀਂ ਹੋ ਜਾਂਦਾ। ਜਿਵੇਂ ਬਗਲਾ ਹੰਸਾਂ ਵਿੱਚ ਬਹਿ ਕੇ ਬਗਲਾ ਹੰਸ ਨਹੀਂ ਬਣਦਾ, ਐਵੇਂ ਬਾਹਰੀ ਵਿਖਾਵੇ ਦੇ ਨਾਲ ਕਦੇ ਵੀ ਬੰਦਾ ਰੱਬ ਦਾ ਪਿਆਰਾ ਨਹੀਂ ਹੁੰਦਾ। ਜਾਂ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਬੱਗਾਂ ਦਾ ਮਤਲਬ ਬਗਲਿਆਂ ਨਾਲ। ਜਦੋਂ ਹੰਸ ਰਲ ਕੇ ਵਿਚਾਰ ਕਰਕੇ ਵੇਖਦੇ ਨੇ ਕਿ ਆ ਜਿਹੜਾ ਚਿੱਟਾ ਜਾਨਵਰ ਇੱਕ ਹੋਰ ਬੈਠਾ, ਇਹ ਕੌਣ ਹੈ, ਜਦੋਂ ਵਿਚਾਰ ਕਰਕੇ ਵੇਖਦੇ ਨੇ ਬਗਲੇ ਦੇ ਨਾਲ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਤਾਂ ਉਹਨਾਂ ਦਾ ਬਗਲਿਆਂ ਦੇ ਨਾਲ ਜੋੜ ਨਹੀਂ ਹੁੰਦਾ, ਵਿਚਾਰ ਨਹੀਂ ਮਿਲਦੇ। ਹੰਸਾਂ ਦਾ ਕਦੇ ਬਗਲਿਆਂ ਦੇ ਨਾਲ ਜੋੜ ਨਹੀਂ ਹੁੰਦਾ। ਗੁਰੂ ਜੀ ਨੇ ਇੱਥੇ ਤਾਂ ਇਹ ਬਚਨ ਕਹਿਣ ਨਾ, ਜਾਂ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਇੱਕ ਹੋਰ ਪੰਕਤੀ ਵਿੱਚ ਹੋਰ ਸ਼ਬਦਾਵਲੀ ਨਾਲ ਸਮਝਾਇਆ ਹੈ, ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਰੱਬ ਦੇ ਪਿਆਰੇ ਨੇ ਔਰ ਜੋ ਸੰਸਾਰੀ ਬਿਰਤੀ ਵਾਲੇ ਨੇ, ਇਹਨਾਂ ਦਾ ਤਾਲਮੇਲ ਕਦੇ ਨਹੀਂ ਬਹਿੰਦਾ। ਤਾਲਮੇਲ ਦਾ ਮਤਲਬ ਵਿਚਾਰ ਨਹੀਂ ਰਲਦੇ। ਹੁਣ ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਵਾਲੇ ਨੇ, ਉਹਨਾਂ ਦੇ ਵਿਚਾਰ ਇਹ ਨੇ ਕਿ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਹੈ, ਰੱਬੀ ਰਜਾ ਦੇ ਵਿੱਚ ਜੀਣਾ ਹੈ। ਉਹਨਾਂ ਦੇ ਵਿਚਾਰ ਇਹ ਨੇ। ਲੇਕਿਨ ਜਿਹੜੇ ਰੱਬੀ ਰਜਾ ਵਿੱਚ ਤੁਰਨਾ ਨਹੀਂ ਚਾਹੁੰਦੇ, ਰੱਬੀ ਗੁਣਾਂ ਦੇ ਧਾਰਨੀ ਹੋਣਾ ਨਹੀਂ ਚਾਹੁੰਦੇ, ਉਹਨਾਂ ਦੇ ਵਿਚਾਰ ਸਿਰਫ ਇਹ ਹੀ ਨੇ ਕਿ ਕੱਪੜੇ ਪਾ ਲਓ ਤੇ ਬਾਹਰੋਂ ਰੱਬ ਰੱਬ ਕਰ ਲਓ, ਅਸੀਂ ਧਰਮੀ ਆ। ਇਹ ਜੋੜ ਕਦੇ ਵੀ ਨਹੀਂ ਮਿਲਦਾ, ਉਹਨਾਂ ਦਾ ਵਿਚਾਰ ਕਦੇ ਵੀ ਨਹੀਂ ਰਲਦੇ। ਹੰਸ ਔਰ ਬਗਲਿਆਂ ਦਾ ਜੋੜ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਜੋੜ ਕਿੱਥੇ ਨਹੀਂ ਆਉਂਦਾ? ਕਿ ਜੋ ਹੰਸਾਂ ਦੀ ਖੁਰਾਕ ਹੈ ਉਹ ਹੀਰੇ ਮੋਤੀ ਹੈ। ਹੀਰੇ ਮੋਤੀ ਦਾ ਮਤਲਬ ਕਿ ਉਹਨਾਂ ਦੀ ਖੁਰਾਕ ਪਵਿੱਤਰ ਹੈ, ਸਾਫ਼ ਸੁਥਰੀ ਹੈ। ਬੱਗ ਡੱਡਾਂ ਭਾਲਣ ਜਾਵੇ, ਪਰ ਜਿਹੜਾ ਬਗਲਾ ਹੈ ਉਹ ਡੱਡੀਆਂ ਮੱਛੀਆਂ ਭਾਲਦਾ ਹੈ ਦੋਵੇਂ ਸਰੋਵਰ ਵਿੱਚ ਹੀ ਨੇ, ਪਰ ਉਹਨਾਂ ਦੀ ਖੁਰਾਕ ਦਾ ਫਰਕ ਹੈ। ਇਸੇ ਤਰ੍ਹਾਂ ਇਹ ਸੰਸਾਰ ਇੱਕ ਸਰੋਵਰ ਹੈ। ਰੱਬ ਦੇ ਪਿਆਰੇ ਵੀ ਔਰ ਸੰਸਾਰੀ ਬਗਲੇ ਵੀ ਇਸੇ ਸੰਸਾਰ ਵਿੱਚ ਰਹਿੰਦੇ ਨੇ। ਇੱਕੋ ਜਿਹੇ ਮਨੁੱਖ ਨੇ, ਇੱਕੋ ਆਕਸੀਜਨ ਨਾਲ ਜੀ ਰਹੇ ਨੇ, ਇੱਕੋ ਚੰਦਰਮਾ, ਸੂਰਜ, ਸਾਰਾ ਕੁਝ ਸਿਸਟਮ ਇੱਕ ਹੀ ਹੈ, ਸਰੋਵਰ ਇੱਕ ਹੀ ਹੈ, ਪਰ ਫਰਕ ਹੈ ਖੁਰਾਕ ਦਾ। ਖੁਰਾਕ ਦਾ ਮਤਲਬ ਸਰੀਰਕ ਖੁਰਾਕ ਨਹੀਂ, ਵਿਚਾਰਾਂ ਦੀ ਖੁਰਾਕ। ਜਿਹੜੇ ਰੱਬ ਦੇ ਪਿਆਰੇ ਨੇ ਉਹ ਸੱਚ ਨਾਲ ਜੁੜੇ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਧਾਰਨੀ ਨੇ, ਉਹਨਾਂ ਦੀ ਖੁਰਾਕ ਇਹ ਹੈ। ਤੇ ਜਿਹੜੇ ਰੱਬ ਨਾਲੋਂ ਟੁੱਟੇ ਨੇ, ਉਹਨਾਂ ਦੀ ਖੁਰਾਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ 2 ਨੰਬਰ ਦੇ ਧੰਦੇ ਨੇ। ਇਹ ਫਰਕ ਹੈ, ਸੋਚ ਦਾ ਫਰਕ ਹੈ, ਸਰੀਰ ਦਾ ਫਰਕ ਕੋਈ ਨਹੀਂ ਹੁੰਦਾ। ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਇਸੇ ਤਰ੍ਹਾਂ ਜਿਵੇਂ ਹੰਸਾਂ ਦੀ ਖੁਰਾਕ ਪਵਿੱਤਰ ਹੈ, ਬਗਲੇ ਡੱਡੀਆਂ ਮੱਛੀਆਂ ਲੱਭਦੇ ਨੇ, ਉਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਗੁਰਸਿੱਖ, ਰੱਬੀ ਰਜਾ ਵਿੱਚ ਤੁਰਨ ਵਾਲੇ, ਉਹਨਾਂ ਦੀ ਜਿਹੜੀ ਸੋਚ ਹੈ ਉਹ ਸੱਚੀ ਸੁੱਚੀ ਹੈ, ਪਾਵਨ ਪਵਿੱਤਰ ਹੈ, ਵਿਚਾਰ ਗੁਣਾਂ ਵਾਲੇ ਨੇ। ਲੇਕਿਨ ਦੂਜੇ ਲੋਕਾਂ ਦੀ ਵਿਚਾਰ ਘਟੀਆ ਹੈ। ਉੱਡਰਿਆ ਵਿਚਾਰਾ ਬਗਲਾ, ਮਤ ਹੋਵੇ ਮਨ ਲਖਾਵੇ। ਮਨ ਨੰਨਾ ਬੋਲਣਾ ਹੈ। ਮਨ ਦਾ ਮਤਲਬ ਮੇਰਾ ਆਪਾ, ਹੋਵੇ ਲਖਾਵੇ ਦਾ ਮਤਲਬ ਲਖਿਆ ਨਾ ਜਾਏ, ਦਿਸ ਨਾ ਪਏ, ਮੇਰਾ ਪਾਜ ਨਾ ਉਗੜ ਜਾਏ, ਮੇਰਾ ਭੇਦ ਨਾ ਉਗੜ ਜਾਏ। ਤਾਂ ਜਦੋਂ ਬਗਲਾ ਗਲਤੀ ਦੇ ਨਾਲ ਹੰਸਾਂ ਵਿੱਚ ਜਾ ਪੈਂਦਾ ਹੈ, ਉਹਨਾਂ ਦੇ ਵਿੱਚ ਰਲਣ ਦਾ ਯਤਨ ਕਰਦਾ ਹੈ ਕਿ ਸ਼ਾਇਦ ਮੇਰਾ ਕੰਮ ਚੱਲ ਜਾਏ, ਪਰ ਜਦੋਂ ਹੰਸ ਵਿਚਾਰ ਕਰਦੇ ਨੇ, ਉਹਨਾਂ ਦੇ ਵਿਚਾਰਾਂ ਦੇ ਨਾਲ ਜੋੜ ਨਹੀਂ ਆਉਂਦਾ, ਵਿਚਾਰ ਰਲਦੇ ਨਹੀਂ, ਤਾਂ ਫਿਰ ਬਗਲਾ ਵਿਚਾਰਾ ਉੱਥੋਂ ਉੱਡ ਜਾਂਦਾ ਹੈ। ਮਤ ਹੋਵੇ ਮੰਝ ਲਿਖਾਵੇ, ਪਰ ਮੇਰਾ ਭੇਤ ਹੀ ਨਾ ਖੁੱਲ ਜਾਏ ਤੇ ਡੱਡੀਆਂ ਮੱਛੀਆਂ ਲੱਭਦਾ ਫਿਰਦਾ ਇੱਥੇ ਆਣ ਕੇ ਵੀ, ਉੱਥੋਂ ਉੱਡ ਜਾਂਦਾ ਹੈ, ਉੱਥੋਂ ਚਲਾ ਜਾਂਦਾ ਹੈ। ਹੰਸਾਂ ਦੇ ਵਿੱਚ ਫਿਰ ਉਹ ਨਹੀਂ ਰਲਦਾ, ਕਿਉਂਕਿ ਉਹਦੀ ਉੱਥੇ ਖੁਰਾਕ ਨਹੀਂ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ,
किस दोष दिच्छै ਜਾਂ ਹਰ ਏਵੇਂ ਭਾਵੈ। ਜਿਤ ਕੋ ਲਾਇਆ ਦਾ ਮਤਲਬ ਕਿਸੇ ਨੇ ਜਿੱਧਰ ਆਪਣੇ ਆਪ ਨੂੰ ਲਾ ਲਿਆ, ਤਿਤ ਹੀ ਲਾਗਾ ਉਧਰ ਹੀ ਉਹ ਲੱਗਾ ਹੋਇਆ ਹੈ। ਜਿੱਧਰ ਕਿਸੇ ਨੇ ਆਪਣੇ ਆਪ ਨੂੰ ਲਾ ਲਿਆ। ਕਿਸ ਦੋਸ਼ ਦਿਚੈ, ਹੁਣ ਅਸੀਂ ਕਿਸੇ ਨੂੰ ਦੋਸ਼ ਕਿਵੇਂ ਦੇ ਸਕਦੇ ਹਾਂ? ਜਾਂ ਹਰ ਏਵੇਂ ਭਾਵੈ, ਇਹ ਰੱਬ ਦਾ ਭਾਣਾ ਹੈ। ਰੱਬ ਨੂੰ ਐਵੇਂ ਹੀ ਭਾਂਦਾ ਹੈ ਕਿ ਜਿੱਧਰ ਕੋਈ ਆਪਣੇ ਆਪ ਨੂੰ ਲਾਏਗਾ ਉਧਰ ਉਹ ਲੱਗ ਜਾਏਗਾ। ਰੱਬ ਦੀ ਰਜ਼ਾ ਹੀ ਇਹਦੇ ਵਿੱਚ ਦੋਸ਼ ਕਿਹਨੂੰ ਦਈਏ? ਹੁਣ ਦੋਸ਼ ਇਹ ਨਹੀਂ ਦੇ ਸਕਦੇ ਕਿ ਹੰਸਾਂ ਦਾ ਦੋਸ਼ ਹੈ ਜਾਂ ਬਗਲਿਆਂ ਦਾ ਦੋਸ਼ ਹੈ। ਹੰਸਾਂ ਨੇ ਆਪਣੇ ਆਪ ਨੂੰ ਚੰਗੀ ਖੁਰਾਕ ਵਿੱਚ ਲਾਇਆ ਤੇ ਬਗਲੇ ਨੇ ਮਾੜੀ ਵਿੱਚ। ਮਤਲਬ ਹੰਸ ਦਾ ਮਤਲਬ ਜਿਹੜੇ ਗੁਰਮੁਖ ਪਿਆਰੇ ਨੇ, ਸੱਚੇ ਸੁੱਚੇ ਇਨਸਾਨ ਨੇ, ਉਹਨਾਂ ਨੇ ਆਪਣੇ ਆਪ ਨੂੰ ਸੱਚੇ ਰਾਹ ਤੇ ਲਾ ਲਿਆ ਹੈ, ਗੁਰੂ ਦੇ ਰਾਹ ਤੇ ਲਾ ਲਿਆ ਹੈ। ਉਹ ਉਧਰ ਲੱਗ ਗਏ ਨੇ। ਇਹ ਸਿਸਟਮ ਹੈ, ਜਿਸ ਰਾਹ ਤੇ ਚੱਲੋਗੇ ਉਹੋ ਜਿਹੇ ਬਣ ਜਾਓਗੇ। ਤੇ ਦੂਜੇ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਝੂਠ ਫਰੇਬ ਵਿੱਚ ਲਾ ਲਿਆ ਹੈ। ਇਹ ਸਿਸਟਮ ਹੈ ਰੱਬ ਦਾ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਜਿਹੜਾ ਮਾੜੇ ਪਾਸੇ ਲੱਗੇਗਾ ਉਹ ਮਾੜਾ ਬਣ ਜਾਏਗਾ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਗੁਰੂ ਜੀ ਦਾ ਬੜਾ ਪਿਆਰਾ ਬਚਨ ਹੈ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਗੁਰੂ ਜੀ ਕਹਿੰਦੇ ਨੇ ਕਿ ਮੇਰੇ ਕਰਮਾਂ ਦਾ ਦੋਸ਼ ਹੈ। ਕਰਮਾਂ ਦਾ ਮਤਲਬ ਇਹ ਨਹੀਂ ਕਿ ਜੋ ਪਿਛਲੇ ਜਨਮਾਂ ਚੋਂ ਲਿਖੀ ਕਿਸਮਤ ਆਈ ਹੈ। ਕਰਮਾਂ ਦਾ ਮਤਲਬ ਜੋ ਮੈਂ ਇਸ ਜ਼ਿੰਦਗੀ ਵਿੱਚ ਬੋਲ ਰਿਹਾ, ਸੋਚ ਰਿਹਾ, ਕਰ ਰਿਹਾ, ਕਮਾ ਰਿਹਾ, ਮੇਰੇ ਉਹਨਾਂ ਕੰਮਾਂ ਦਾ ਦੋਸ਼ ਹੈ। ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦਿੰਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੁਛ ਮੈਂ ਕੀਤਾ ਉਹ ਮੈਂ ਪਾ ਲਿਆ। ਜੇ ਕਿਸੇ ਨੇ ਪੜ੍ਹਾਈ ਦੇ ਅੰਦਰ ਹਿਸਟਰੀ ਦਾ ਸਬਜੈਕਟ ਚੁਣਿਆ ਤਾਂ ਉਹ ਇਤਿਹਾਸਕਾਰ ਬਣ ਗਿਆ, ਤੇ ਜੇ ਕਿਸੇ ਨੇ ਡਾਕਟਰੀ ਦਾ ਸਬਜੈਕਟ ਚੁਣਿਆ ਉਹ ਡਾਕਟਰ ਬਣ ਗਿਆ। ਜਿਹੜਾ ਚੁਣਿਆ ਉਹ ਵੀ ਪਾਇਆ ਨਾ। ਜੇ ਕਿਸੇ ਨੇ ਫਿਜ਼ਿਕਸ, ਮੈਥ, ਕੈਮਿਸਟਰੀ ਆਦਿਕ ਸਬਜੈਕਟ ਜਿਹੜਾ ਚੁਣਿਆ ਉਹ ਉਹਦਾ ਮਾਸਟਰ ਹੋ ਗਿਆ। ਇਸੇ ਤਰ੍ਹਾਂ ਇਸ ਦੁਨੀਆ ਵਿੱਚ ਜਿਨੇ ਸੱਚ ਨੂੰ ਚੁਣਿਆ ਉਹ ਸੱਚਾ ਇਨਸਾਨ ਹੋ ਗਿਆ, ਤੇ ਜਿਨੇ ਝੂਠ ਨੂੰ ਚੁਣਿਆ ਉਹ ਝੂਠਾ ਇਨਸਾਨ ਹੋ ਗਿਆ। ਹੁਣ ਇਹਦੇ ਵਿੱਚ ਦੋਸ਼ ਕਿਹਦਾ? ਦੋਸ਼ ਮੇਰਾ ਹੀ ਹੋਇਆ ਨਾ, ਦੋਸ਼ ਮੇਰੀ ਚੋਣ ਦਾ ਹੋਇਆ ਨਾ। ਇਸ ਲਈ ਜਿਤ ਕੋ ਲਾਇਆ, ਇੱਥੇ ਕੋ ਦਾ ਮਤਲਬ ਕੋਈ, ਜਿੱਧਰ ਕਿਸੇ ਨੇ ਆਪਣੇ ਆਪ ਨੂੰ ਲਾਇਆ ਹੈ, ਤਿਤ ਹੀ ਲਾਗਾ ਉਧਰ ਹੀ ਉਹ ਲੱਗ ਗਿਆ ਹੈ। ਕਿਸ ਦੋਸ਼ ਦਿਚੈ, ਹੁਣ ਕਿਹਨੂੰ ਦੋਸ਼ ਦਈਏ? ਜਾਂ ਹਰ ਐਵੇਂ ਭਾਵੈ, ਜਦੋਂ ਹਰੀ ਦਾ ਭਾਣਾ ਹੀ ਇਹ ਹੈ ਕਿ ਜਿੱਧਰ ਕੋਈ ਲੱਗੇਗਾ ਉਧਰ ਲੱਗ ਜਾਏਗਾ, ਉਹ ਜਿਹਾ ਬਣ ਜਾਏਗਾ। ਤਾਂ ਸਾਨੂੰ ਫਿਰ ਹੁਣ ਕੀ ਕਰਨਾ ਚਾਹੀਦਾ ਹੈ? ਸਤਿਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੇ। ਇੱਥੇ ਸਤਿਗੁਰ ਦੇ ਰਾਰੇ ਥੱਲੇ ਵੀ ਔਂਕੜ ਹੈ ਔਰ ਸਰਵਰ ਦੇ ਰਾਰੇ ਥੱਲੇ ਵੀ ਔਂਕੜ ਹੈ। ਸਤਿਗੁਰ ਦੇ ਰਾਰੇ ਥੱਲੇ ਵੀ ਔਰ ਸਰਵਰ ਦੇ ਰਾਰੇ ਥੱਲੇ ਵੀ। ਤਾਂ ਇਹਦਾ ਮਤਲਬ ਹੈ ਕਿ ਸਤਿਗੁਰੂ ਇੱਕ ਸਰੋਵਰ ਹੈ। ਸਤਿਗੁਰ ਸਰਵਰ, ਸਤਿਗੁਰੂ ਸਰੋਵਰ ਹੈ। ਤੇ ਸਤਿਗੁਰੂ ਕਿਹੋ ਜਿਹਾ ਸਰੋਵਰ ਹੈ? ਰਤਨੀ ਭਰਪੂਰੇ, ਜਿਹੜਾ ਰਤਨਾਂ ਦੇ ਨਾਲ ਭਰਿਆ ਪਿਆ ਹੈ। ਰਤਨਾਂ ਦਾ ਮਤਲਬ ਸ਼ੁਭ ਗੁਣ, ਗਿਆਨ, ਸ਼ੁਭ ਗੁਣ। ਗੁਰੂ ਇੱਕ ਐਸਾ ਸਰੋਵਰ ਹੈ ਜੋ ਰਤਨਾਂ ਦੇ ਨਾਲ ਭਰਿਆ ਪਿਆ ਹੈ। ਜਿਸ ਪ੍ਰਾਪਤ ਸੋ ਪਾਵੇ, ਜਿਸ ਨੂੰ ਉਹ ਪ੍ਰਾਪਤ ਹੋਇਆ ਹੈ, ਯਾਨੀ ਜਿਸ ਨੇ ਪ੍ਰਾਪਤ ਕੀਤਾ ਹੈ, ਜਿਸ ਨੇ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ, ਸੋ ਪਾਵੇ, ਉਹ ਪਾ ਲੈਂਦਾ। ਜਿਹੜਾ ਯਤਨ ਕਰੇਗਾ ਉਹ ਪਾ ਲਏਗਾ। ਗੁਰੂ ਗੁਣਾਂ ਦਾ, ਗਿਆਨ ਦਾ ਭਰਿਆ ਹੋਇਆ ਹੈ ਸਰੋਵਰ। ਤੇ ਹੁਣ ਗੁਰੂ ਵਾਸਤੇ ਜੋ ਯਤਨ ਕਰੇਗਾ ਉਹ ਬੰਦਾ ਗਿਆਨ ਪਾ ਲਏਗਾ, ਉਹ ਦਾਤ ਪਾ ਲਏਗਾ। ਗੁਰੂ ਨੇ ਕਿਸੇ ਨੂੰ ਮਨਾ ਥੋੜਾ ਕਰਨਾ ਹੈ। ਗੁਰੂ ਇਹ ਨਹੀਂ ਕਹਿੰਦਾ ਵੀ ਮੋਹਰ ਸਿੰਘ ਨੂੰ ਗਿਆਨ ਨਹੀਂ ਦੇਣਾ ਤੇ ਕਲਾਸ ਵਾਲੇ ਨੂੰ ਦੇ ਦੇਣਾ। ਗੁਰੂ ਇਹ ਵੀ ਨਹੀਂ ਕਹਿੰਦਾ ਵੀ ਕਲਾਸ ਵਾਲੇ ਨੂੰ ਗਿਆਨ ਨਹੀਂ ਦੇਣਾ ਤੇ ਮੋਹਰ ਸਿੰਘ ਨੂੰ ਦੇਣਾ। ਐਵੇਂ ਨਹੀਂ ਹੈ। ਇੱਥੇ ਤਾਂ ਗੁਰੂ ਦਾ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਸ਼ਰਨ ਵਿੱਚ ਆਏਗਾ ਗੁਰੂ ਉਹਨੂੰ ਸੀਨੇ ਨਾਲ ਲਾ ਲਏਗਾ। ਗੁਰੂ ਦਾ ਸਾਰਿਆਂ ਦੇ ਨਾਲ ਇੱਕੋ ਜਿਹਾ ਪਿਆਰ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸਤਿਗੁਰ ਸਰਵਰ ਰਤਨੀ ਭਰਪੂਰੇ, ਸਤਿਗੁਰੂ ਰਤਨਾਂ ਦੇ ਨਾਲ ਭਰਿਆ ਹੋਇਆ ਸਰੋਵਰ ਹੈ। ਜਿਸ ਪ੍ਰਾਪਤ, ਜਿਸ ਨੂੰ ਪ੍ਰਾਪਤ ਹੋਇਆ ਹੈ ਸੋ ਪਾਵੇ ਦਾ ਮਤਲਬ ਉਹ ਪਾ ਲੈਂਦਾ। ਜਿਹਨੂੰ ਗੁਰੂ ਪ੍ਰਾਪਤ ਹੋਇਆ ਹੈ ਉਹ ਫਿਰ ਰਤਨਾਂ ਦੇ ਭੰਡਾਰ ਪਾ ਲੈਂਦਾ।
मीन्स जो गुरु के चरणों की शरण लेंदा है वो रब्बी गुणा और रब्बी ज्ञान नूं पा लैंदा है। लेकिन पाएगा कौन? जिहदी खुराक गुण होएगी ਉਹਨੂੰ ਗੁਣ ਮਿਲ ਜਾਣਗੇ। ਤੇ ਜੇ ਕਿਸੇ ਦੀ ਖੁਰਾਕ ਹੋਵੇ ਔਗਣ, ਤੇ ਔਗਣ ਵਾਲਾ ਬੰਦਾ ਗੁਰੂ ਦੇ ਚਰਨਾਂ ਵਿੱਚ ਔਗਣ ਲੈਣ ਵਾਸਤੇ ਚਲਾ ਜਾਏ, ਉਥੋਂ ਉਹਨੂੰ ਔਗਣ ਮਿਲਣੇ ਨਹੀਂ, ਇਸ ਕਰਕੇ ਉਸ ਬਗਲੇ ਨੂੰ ਉਥੋਂ ਉੱਡਣਾ ਪੈ ਜਾਣਾ। ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੇ। ਇੱਥੇ ਸਿੱਖ ਹੰਸ ਯਾਨੀ ਸਿੱਖ ਰੂਪੀ ਹੰਸ ਸਰਵਰ ਇਕੱਠੇ ਹੋਏ। ਹੁਣ ਦੇਖੋ ਇੱਥੇ ਸਰਵਰ ਦੇ ਰਾਰੇ ਨਾਲ ਸਿਹਾਰੀ ਆ ਗਈ ਹੈ। ਪਿਛਲੇ ਪੰਕਤੀ ਵਿੱਚ ਸਰਵਰ ਦੇ ਰਾਰੇ ਥੱਲੇ ਔਂਕੜ ਸੀ ਨਾ, ਉੱਥੇ ਇੱਕ ਸਰਵਰ ਦੀ ਗੱਲ ਸੀ। ਇੱਥੇ ਸਿਹਾਰੀ ਆਉਣ ਨਾਲ ਮੀਨਿੰਗ ਹੋ ਗਿਆ ਸਰਵਰ ਵਿੱਚ, ਸਰਵਰ ਤੇ, ਸਰਵਰ ਦੇ ਕਿਨਾਰੇ ਤੇ। ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮਾਵੇ। ਹੁਕਮਾਵੇ ਦਾ ਮਤਲਬ ਹੁਕਮ ਦੇ ਅਨੁਸਾਰ, ਸਤਿਗੁਰ ਦੇ ਹੁਕਮ ਅਨੁਸਾਰ ਸਿੱਖ ਜਿਹੜੇ ਨੇ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਕੱਠੇ ਹੋ ਜਾਂਦੇ ਨੇ। ਸਰਵਰ ਦਾ ਮਤਲਬ ਸਰਵਰ ਵਿੱਚ, ਗੁਰੂ ਦੀ ਸ਼ਰਨ ਵਿੱਚ, ਗੁਰੂ ਦੇ ਚਰਨਾਂ ਵਿੱਚ। ਗੁਰੂ ਦੇ ਹੁਕਮ ਅਨੁਸਾਰ ਜੋ ਗੁਰੂ ਦੇ ਸਿੱਖ ਨੇ ਉਹ ਗੁਰੂ ਦੇ ਚਰਨਾਂ ਵਿੱਚ ਆ ਇਕੱਠੇ ਹੁੰਦੇ ਨੇ। ਇਕੱਠੇ ਹੋਣ ਦਾ ਮਤਲਬ ਕਿ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦੇ ਨੇ, ਗੁਰੂ ਦੇ ਹੁਕਮਾਂ ਨੂੰ ਇੰਪਲੀਮੈਂਟ ਕਰਦੇ ਨੇ। ਰਤਨ ਪਦਾਰਥ ਮਾਨਕ ਸਰਵਰ ਭਰਪੂਰੇ। ਰਤਨ ਪਦਾਰਥ ਦਾ ਮਤਲਬ ਜਿਹੜੇ ਸ਼ੁਭ ਗੁਣ ਨੇ, ਪ੍ਰਭੂ ਦੇ ਗੁਣਾ ਰੂਪੀ ਹੀਰੇ। ਰਤਨ ਪਦਾਰਥ, ਮਾਨਕ ਦਾ ਮਤਲਬ ਮੋਤੀ। ਰਤਨ ਮਾਨਕ ਦਾ ਮਤਲਬ ਰਤਨਾ ਮਾਨਕਾਂ ਵਰਗੇ ਕੀਮਤੀ ਰੱਬੀ ਗੁਣ ਸਰਵਰ ਭਰਪੂਰੇ। ਸਰਵਰ ਜਿਹੜਾ ਹੈ ਇਹਨਾਂ ਗੁਣਾਂ ਦੇ ਨਾਲ ਨਕਾ ਨਕ ਭਰਿਆ ਪਿਆ ਹੈ। ਯਾਨੀ ਗੁਰੂ ਸਰੋਵਰ ਦੇ ਅੰਦਰ ਅਨੰਤ ਮੋਤੀ ਮਾਨਕ ਰੂਪ ਕੀਮਤੀ ਗੁਣ ਨੇ ਜਿਹੜੇ ਕਦੇ ਮੁੱਕਣੇ ਨਹੀਂ। ਖਾਏ ਖਰਚ ਰਹੇ ਜਿਹੜੇ ਗੁਰੂ ਦੇ ਸਿੱਖ ਨੇ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ। ਖਾਏ ਦਾ ਮਤਲਬ ਉਹਨਾਂ ਗੁਣਾਂ ਨੂੰ ਵਰਤਦੇ ਨੇ। ਖਰਚ ਰਹੇ ਦਾ ਮਤਲਬ ਉਹ ਅੱਗੇ ਵੀ ਉਹਨਾਂ ਗੁਣਾਂ ਨੂੰ ਸਪਲਾਈ ਕਰਦੇ ਨੇ, ਵਰਤਾਉਂਦੇ ਨੇ, ਪ੍ਰਚਾਰਦੇ ਨੇ। ਤੋਟ ਨਾ ਆਵੇ, ਉਹਨਾਂ ਗੁਣਾਂ ਦੀ ਕਦੇ ਤੋਟ ਨਹੀਂ ਆਉਂਦੀ। ਗੁਰੂ ਦੇ ਜੋ ਗੁਣ ਨੇ, ਸੱਚਾਈ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਪ੍ਰੇਮ, ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬੇ ਜਿੰਨੇ ਮਰਜ਼ੀ ਵਰਤੋ, ਗੁਰੂ ਦੇ ਗਿਆਨ ਨੂੰ ਜਿੰਨਾ ਮਰਜ਼ੀ ਵਰਤੋ, ਗਿਆਨ ਖਤਮ ਥੋੜਾ ਹੋਏਗਾ, ਗਿਆਨ ਸਗੋਂ ਵਧੇਗਾ। ਤੇ ਉਹਨਾਂ ਗੁਣਾਂ ਨੂੰ ਅੱਗੇ ਅੱਗੇ ਵੰਡੋ, ਗਿਆਨ ਨੂੰ ਅੱਗੇ ਵੰਡੋ, ਤਾਂ ਗਿਆਨ ਜਿਹੜਾ ਹੈ ਘਟੇਗਾ ਥੋੜਾ, ਗਿਆਨ ਹੋਰ ਵਧੇਗਾ। ਮਿਸਾਲ ਵਜੋਂ ਮੈਂ ਗੁਰਬਾਣੀ ਦੀ ਵਿਚਾਰ ਕਰ ਰਿਹਾ, ਤਾਂ ਗੁਰਬਾਣੀ ਦੀ ਵਿਚਾਰ ਮੈਂ ਤੁਹਾਨੂੰ ਸੁਣਾ ਰਿਹਾ, ਤਾਂ ਇਹ ਗੁਰਬਾਣੀ ਦੀ ਵਿਚਾਰ ਕਰਨੀ ਘਟੇਗੀ ਥੋੜਾ। ਜਿਵੇਂ ਜਿਵੇਂ ਮੈਂ ਵਿਚਾਰ ਕਰਾਂਗਾ ਮੇਰੀ ਪ੍ਰੈਕਟਿਸ ਹੋਰ ਹੁੰਦੀ ਜਾਏਗੀ, ਮੇਰੇ ਅੰਦਰ ਸ਼ਬਦਾਵਲੀ ਥੋੜੀ ਹੋਰ ਆਉਂਦੀ ਜਾਏਗੀ, ਵਧੇਗੀ, ਗਿਆਨ ਅੱਗੇ ਵੀ ਫੈਲੇਗਾ, ਮੇਰੇ ਅੰਦਰ ਵੀ ਵਧੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਰਤਨਾਂ ਦੇ ਨਾਲ ਭਰਿਆ ਹੋਇਆ ਸਰੋਵਰ ਹੈ। ਸਿੱਖ ਗੁਰੂ ਦੇ ਚਰਨਾਂ ਤੇ ਇਕੱਠੇ ਹੁੰਦੇ ਹਨ, ਉਹਨਾਂ ਗੁਣਾਂ ਨੂੰ ਖਰਚਦੇ ਨੇ, ਉਹਨਾਂ ਗੁਣਾਂ ਨੂੰ ਅੱਗੇ ਵਪਾਰ ਕਰਦੇ ਨੇ, ਭਾਵ ਗੁਣਾਂ ਵਾਲਾ ਵਪਾਰ ਕਰਦੇ ਨੇ, ਕਦੇ ਗੁਣਾਂ ਦੀ ਤੋਟ ਨਹੀਂ ਹੁੰਦੀ। ਸਰਵਰ ਹੰਸ ਦੂਰ ਨਾ ਹੋਈ ਕਰਤੇ ਏਵੇਂ ਭਾਵੈ। ਹੁਣ ਦੇਖੇ ਇੱਥੇ ਸਰਵਰ ਦੇ ਰਾਰੇ ਦੀ ਔਂਕੜ ਉੱਡ ਗਿਆ ਹੈ, ਹੰਸ ਦੇ ਥੱਲੇ ਹੈ। ਇੱਥੇ ਤੂੰ ਸ਼ਬਦ ਜਿਹੜਾ ਹੈ ਨਾ ਉਹ ਸਾਈਲੈਂਟ ਤੇ, ਸਰਵਰ ਤੋਂ ਹੰਸ ਦੂਰ ਨਹੀਂ ਹੁੰਦਾ। ਕਰਤੇ ਏਵੇਂ ਭਾਵੈ, ਇਹ ਕਰਤੇ ਦੀ ਰਜ਼ਾ ਹੈ, ਕਰਤੇ ਨੂੰ ਐਵੇਂ ਹੀ ਪਾਉਂਦਾ ਹੈ, ਕਰਤਾਰ ਨੂੰ ਇੰਜ ਹੀ ਪਾਉਂਦਾ ਹੈ ਕਿ ਸਿੱਖ ਹੰਸ ਗੁਰੂ ਸਰੋਵਰ ਤੋਂ ਦੂਰ ਨਹੀਂ ਜਾਂਦਾ। ਇਹ ਰੱਬ ਦਾ ਸਿਸਟਮ ਹੈ, ਰੱਬ ਦਾ ਹੁਕਮ ਹੈ, ਇਹ ਨਿਯਮ ਹੈ ਕਿ ਜਿਹਦਾ ਪਿਆਰ ਬਣ ਜਾਏ ਨਾ ਜਿਹਦੇ ਨਾਲ, ਉਹ ਫਿਰ ਉਹਦੇ ਤੋਂ ਦੂਰ ਨਹੀਂ ਹੁੰਦਾ। ਜਿਹਨੂੰ ਇੰਨੀ ਕੀਮਤੀ ਖੁਰਾਕ ਮਿਲੇ, ਆਤਮਿਕ ਜੀਵਨ ਮਿਲੇ, ਜਿਹਨੂੰ ਇਹਨਾਂ ਚੀਜ਼ਾਂ ਦੀ ਕਦਰ ਪੈ ਜਾਏ, ਜਿਹੜਾ ਇਹਨਾਂ ਚੀਜ਼ਾਂ ਦਾ ਰਸ ਮਾਣ ਲੈ, ਫਿਰ ਉਹ ਸਰਵਰ ਤੋਂ, ਗੁਰੂ ਤੋਂ ਦੂਰ ਨਹੀਂ ਹੁੰਦਾ। ਫਿਰ ਉਹਨੂੰ ਦੂਰ ਕਰਨ ਲਈ ਆਰਿਆਂ ਦਾ ਦਾਬਾ ਦਿੱਤਾ ਜਾਂਦਾ ਹੈ, ਧਨ ਦੌਲਤ ਦਾ ਲਾਲਚ ਦਿੱਤਾ ਜਾਂਦਾ ਹੈ। ਨਾ ਉਹਨਾਂ ਨੂੰ ਕੋਈ ਲਾਲਚ ਦੂਰ ਲਿਜਾ ਸਕਦਾ ਹੈ, ਨਾ ਉਹਨਾਂ ਨੂੰ ਕੋਈ ਆਰਾ ਤੇ ਭੱਠੀਆਂ ਦੂਰ ਲਿਜਾ ਸਕਦੀਆਂ ਨੇ, ਨਾ ਉਹਨਾਂ ਨੂੰ ਕੁਝ ਰਖੜੀ ਦੂਰ ਲਿਜਾ ਸਕਦੀ ਹੈ। ਫਿਰ ਉਹ ਸੱਚ ਨੂੰ ਛੱਡਦੇ ਨਹੀਂ, ਗੁਰੂ ਨੂੰ ਛੱਡਦੇ ਨਹੀਂ। ਜਨ ਨਾਨਕ ਜਿਸ ਦੇ ਮਸਤਕ ਭਾਗ ਧੁਰ ਲਿਖਿਆ, ਸੋ ਸਿੱਖ ਗੁਰੂ ਪਹਿ ਆਵੇ। ਧੁਰ ਤੋਂ ਹੀ ਜਿਸ ਤੇ ਮੱਥੇ ਤੇ ਭਾਗ ਲਿਖਿਆ ਹੈ। ਭਾਗ ਦਾ ਮਤਲਬ ਸੰਸਕਾਰ, ਵਿਚਾਰ,
ਮਸਤਕ ਦਾ ਮਤਲਬ ਸਾਡਾ ਦਿਮਾਗ, ਸਾਡਾ ਮਨ, ਅੰਤਸ਼ਕਰਨ, ਕੋਈ ਵੀ ਸ਼ਬਦ ਵਰਤ ਲਓ ਜਿਹਦੇ ਨਾਲ ਵੀ ਤੁਹਾਨੂੰ ਸਮਝ ਆ ਜਾਏ। ਲਿਖਣ ਨੂੰ ਅਸੀਂ ਰੋਜ਼ ਕਰੀਬ ਐਕਸਪਲੇਨ ਕਰ ਰਹੇ ਹਾਂ ਕਿ ਜੋ ਅਸੀਂ ਅੰਦਰ ਇਨਪੁਟ ਦਿੰਦੇ ਹਾਂ, ਜੋ ਕੁਝ ਅਸੀਂ ਸੋਚਦੇ ਹਾਂ, ਬੋਲਦੇ ਹਾਂ, ਵਿਚਾਰਦੇ ਹਾਂ, ਉਹ ਸਾਡੇ ਅੰਦਰ ਸੰਸਕਾਰ ਬਣੀ ਜਾਂਦੇ ਨੇ। ਉਹ ਸੰਸਕਾਰ ਫਿਰ ਸਾਡੇ ਅੰਦਰ ਪੱਕਾ ਹੋ ਜਾਂਦਾ ਹੈ, ਉਹ ਸਾਡੀ ਆਦਤ ਬਣ ਜਾਂਦੀ ਹੈ, ਸਾਡਾ ਸੁਭਾਅ ਬਣ ਜਾਂਦਾ ਹੈ, ਤੇ ਉਸ ਸੁਭਾਅ ਮੁਤਾਬਕ ਉਹਨਾਂ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਬੰਦਾ ਹੀ ਉਹ ਕੰਮ ਕਰੀ ਜਾਂਦਾ ਹੈ। ਜਿਹੜੇ ਅੰਦਰ ਸੰਸਕਾਰ ਨੇ ਨਾ, ਉਹ ਸੰਸਕਾਰ ਹੀ ਸਾਨੂੰ ਪ੍ਰੇਰਨਾ ਦਿੰਦੇ ਨੇ ਤੇ ਅਸੀਂ ਉਸੇ ਪਾਸੇ ਚਲੇ ਜਾਂਦੇ ਹਾਂ। ਜਿਵੇਂ ਹੁਣ ਤੁਸੀਂ ਵੀਰ ਭੈਣਾ ਕਲਾਸ ਵਿੱਚ ਆ ਰਹੇ ਹੋ ਤਾਂ ਕਿੰਨੀ ਤੁਹਾਨੂੰ ਤਾਂਘ ਹੁੰਦੀ ਹੈ ਨਾ ਕਲਾਸ ਵਿੱਚ ਆਉਣ ਦੀ। ਤਾਂ ਕਲਾਸ ਵਿੱਚ ਆਉਣ ਲਈ ਤੁਹਾਡੇ ਅੰਦਰ ਬਣੇ ਹੋਏ ਸੰਸਕਾਰ ਪ੍ਰੇਰ ਰਹੇ ਨੇ ਵੀ ਚਲੋ ਚਲੋ ਚਲੋ। ਗੁਰਦੁਆਰੇ ਸਾਹਿਬ ਜਿਹੜੇ ਵੀਰ ਭੈਣਾ ਆਉਂਦੇ ਨੇ, ਬੱਚੀਆਂ ਬੱਚੇ, ਉਹਨਾਂ ਦੇ ਅੰਦਰ ਸੰਸਕਾਰ ਨੇ, ਉਹ ਅੰਦਰ ਦੇ ਸੰਸਕਾਰ ਪ੍ਰੇਰਦੇ ਨੇ ਵੀ ਗੁਰਦੁਆਰੇ ਜਾਣਾ ਹੈ, ਸਵੇਰੇ ਉੱਠ ਕੇ ਨਿਤਨੇਮ ਕਰਨਾ ਹੈ, ਸੱਚ ਬੋਲਣਾ ਹੈ, ਦਇਆ ਕਰਨੀ ਹੈ, ਸੇਵਾ ਕਰਨੀ, ਅੰਦਰ ਸੰਸਕਾਰ ਬਣੇ ਨੇ। ਤੇ ਜਿਨ੍ਹਾਂ ਦੇ ਅੰਦਰ ਸੰਸਕਾਰ ਸ਼ਰਾਬ ਵਾਲੇ ਨੇ, ਉਹ ਸ਼ਾਮ ਨੂੰ 5 ਨਹੀਂ ਵੱਜਦੇ, ਉਹ 2-4 ਮਿੰਟ ਪਹਿਲਾਂ ਹੀ ਚੱਲ ਪੈਂਦੇ ਨੇ। ਤੇ ਐਸੇ ਲੋਕਾਂ ਨੂੰ ਤੁਸੀਂ ਰੇਗਿਸਤਾਨ ਵਿੱਚ ਛੱਡ ਦਿਓ, ਰੇਗਿਸਤਾਨ ਵਿੱਚ, ਵੀ ਜਿੱਥੇ ਸ਼ਰਾਬ ਦਾ ਕਿਤੇ ਨੇੜੇ ਤੇੜੇ ਠੇਕਾ ਨਹੀਂ ਹੈ। ਉਹ ਤੁਹਾਨੂੰ 5:30 ਵਜੇ ਸ਼ਾਮ ਨੂੰ ਰੱਜੇ ਮਿਲਣਗੇ, ਉਹ ਲੱਭ ਲੈਣਗੇ ਜਿੱਥੋਂ ਮਰਜ਼ੀ ਲੱਭਣ, ਉਹਨਾਂ ਨੇ ਲੱਭ ਲੈਣਾ, ਕਿਉਂਕਿ ਅੰਦਰ ਸੰਸਕਾਰ ਪ੍ਰੇਰ ਰਹੇ ਨੇ। ਜੈਸੇ ਸੰਸਕਾਰ ਅੰਦਰ ਬਣ ਜਾਂਦੇ ਨੇ, ਵੈਸੀ ਅੰਦਰੋਂ ਪ੍ਰੇਰਨਾ ਮਿਲਦੀ ਹੈ, ਵੈਸੇ ਬੰਦਾ ਕੰਮ ਕਰੀ ਜਾਂਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਇਹ ਸ਼ੁਭ ਸੰਸਕਾਰ ਨੇ, ਸੋ ਸਿੱਖ ਗੁਰੂ ਪਹਿਜਾਵੇ। ਉਹ ਜਿਹੜਾ ਸਿੱਖ ਹੈ ਉਹ ਗੁਰੂ ਕੋਲ ਚਲਾ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਸੰਸਕਾਰ ਬਣੇ ਹੋਏ ਨੇ, ਉਹਦੇ ਅੰਦਰ ਤਾਂਘ ਬਣੀ ਹੋਈ ਹੈ, ਉਹਦੇ ਅੰਦਰ ਖਿੱਚ ਹੈ ਗੁਰੂ ਦੀ, ਗੁਰੂ ਦੀ ਬਾਣੀ ਦੀ, ਗੁਰੂ ਦੇ ਸਿਧਾਂਤਾਂ ਦੀ। ਇਸ ਲਈ ਉਹ ਗੁਰੂ ਦੇ ਵੱਲ ਜਾਂਦਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ। ਤੇ ਐਸਾ ਜੋ ਪ੍ਰਾਣੀ ਹੈ, ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੇ। ਐਸਾ ਇਨਸਾਨ ਗੁਰੂ ਦੀ ਸ਼ਰਨ ਵਿੱਚ ਆ ਕੇ ਆਪ ਤਰਿਆ ਦਾ ਮਤਲਬ ਆਪ ਤਰ ਜਾਂਦਾ ਹੈ। ਤਰਨ ਦਾ ਮਤਲਬ ਵਿਕਾਰਾਂ ਤੋਂ ਬਚ ਜਾਂਦਾ ਹੈ, ਵਿਕਾਰਾਂ ਤੋਂ ਬਚ ਜਾਂਦਾ ਹੈ। ਕੁਟੰਬ ਸਭ ਤਾਰੇ, ਤੇ ਆਪਣਾ ਜਿਹੜਾ ਕੁਟੰਬ ਹੈ, ਆਪਣਾ ਪਰਿਵਾਰ, ਆਪਣੇ ਗਿਆਨ ਇੰਦਰੀਆਂ ਨੂੰ ਤਾਰ ਲੈਂਦਾ ਹੈ। ਪਹਿਲਾ ਕੁਟੰਬ ਪਰਿਵਾਰ ਤਾਂ ਇਹ ਹੋ ਗਿਆ। ਸਭਾ ਸ੍ਰਿਸ਼ਟ ਛਡਾਵੇ ਦਾ ਮਤਲਬ ਸਾਰੀ ਸ੍ਰਿਸ਼ਟੀ, ਤਾਂ ਉਹ ਸਾਰੀ ਸ੍ਰਿਸ਼ਟੀ ਨੂੰ ਛੁਡਾਉਣ ਵਾਲਾ ਬਣ ਜਾਂਦਾ ਹੈ, ਵਿਕਾਰਾਂ ਤੋਂ ਬਚਾਉਣ ਵਾਲਾ ਹੋ ਜਾਂਦਾ ਹੈ। ਸਾਰੀ ਸ੍ਰਿਸ਼ਟੀ ਚੋਂ ਜਿਹੜਾ ਵੀ ਇਨਸਾਨ ਉਸ ਰਾਹ ਤੇ ਚੱਲੇਗਾ ਉਹ ਵੀ ਬਚ ਜਾਏਗਾ। ਜੇ ਉਸ ਇਨਸਾਨ ਤੋਂ ਜਿਹੜਾ ਬਚਿਆ ਹੋਇਆ ਹੈ ਵਿਕਾਰਾਂ ਤੋਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਜੋ ਤਰ ਗਿਆ ਹੈ, ਜਿਹਨੂੰ ਗੁਰਬਾਣੀ ਵਿੱਚ ਤਰਨਾ, ਪਾਰ ਪੈਣਾ, ਪ੍ਰਭੂ ਤੱਕ ਪਹੁੰਚਣਾ, ਪਰਮ ਪਦ ਪਾਣਾ, ਇਹਨਾਂ ਸ਼ਬਦਾਂ ਦੀ ਵਰਤੋਂ ਜਿਹਦੇ ਵਾਸਤੇ ਕੀਤੀ ਗਈ, ਜਿਹਨੇ ਪਰਮ ਪਦ ਪਾ ਲਿਆ, ਵਿਕਾਰਾਂ ਤੋਂ ਬਚ ਗਿਆ, ਜਿਹਨੇ ਆਤਮਿਕ ਜੀਵਨ ਹਾਸਲ ਕਰ ਲਿਆ। ਤੇ ਜੇ ਕੋਈ ਉਸ ਬੰਦੇ ਵਰਗਾ ਬੰਦਾ ਬੰਨਣਾ ਚਾਹੇ, ਪੂਰੀ ਸ੍ਰਿਸ਼ਟੀ ਚੋਂ ਕੋਈ ਵੀ, ਤੇ ਉਹਨੂੰ ਜਾ ਕੇ ਪੁੱਛੇ ਵੀ ਵੀਰ ਜਾਂ ਭੈਣ ਮੇਰੇ ਤੇ ਵੀ ਕਿਰਪਾ ਕਰ ਕਿ ਮੈਂ ਕਿਵੇਂ ਬਚਾਂ, ਤਾਂ ਫਿਰ ਉਹ ਦੱਸੇਗਾ ਨਾ ਕਿ ਤੂੰ ਵੀ ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀ, ਇਹਨਾਂ ਗੁਣਾਂ ਦਾ ਧਾਰਨੀ ਹੋ, ਤੂੰ ਵੀ ਬਚ ਜਾਏਗਾ। ਤਾਂ ਫਿਰ ਸਾਰੀ ਸ੍ਰਿਸ਼ਟੀ ਬਚ ਸਕਦੀ ਹੈ ਨਾ। ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੰਦਾ ਹੈ, ਬਚਾ ਦਿੰਦਾ ਹੈ। ਮਤਲਬ ਇਹ ਹੈ ਕਿ ਭਾਵੇਂ ਸਾਰੀ ਸ੍ਰਿਸ਼ਟੀ ਵੀ ਉਹਦੇ ਰਾਹ ਤੇ ਚੱਲੇ ਤੇ ਸਾਰੀ ਸ੍ਰਿਸ਼ਟੀ ਵੀ ਬਚ ਸਕਦੀ ਹੈ। ਸਾਰੀ ਸ੍ਰਿਸ਼ਟੀ ਚੋਂ, ਪਰਿਵਾਰ ਚੋਂ ਜਿਹੜਾ ਵੀ ਉਹਦੇ ਰਾਹ ਦੇ ਉੱਤੇ ਤੁਰੇਗਾ ਉਹ ਬਚ ਜਾਏਗਾ। ਜਿਵੇਂ ਅਸੀਂ ਪਾਵਨ ਬਾਣੀ 'ਚ ਇੱਕ ਸ਼ਬਦ ਪੜ੍ਹਦੇ ਹਾਂ ਨਾ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਕਿ ਅਸੀਂ ਇੱਕ ਹੀ ਪਿਤਾ ਦੀ ਸੰਤਾਨ ਹਾਂ, ਤੂੰ ਮੇਰੇ ਵਾਸਤੇ ਸਤਿਕਾਰਯੋਗ ਹੈ। ਤੇ ਸਵਾਲ ਇਹ ਕੀਤਾ ਹੈ ਕਿ ਸੁਣ ਮੀਤਾ ਹੁਣ ਤੇਰੀ ਸਰਨਾਈ ਆਇਆ, ਪ੍ਰਭ ਮਿਲੋਂ ਦੇਹ ਉਪਦੇਸ਼ਾ, ਕਿ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਮੈਨੂੰ ਉਪਦੇਸ਼ ਦੇ ਕਿ ਮੈਂ ਰੱਬ ਦੇ ਨਾਲ ਮਿਲ ਜਾਵਾਂ। ਤਾਂ ਅੱਗੋਂ ਜਿਹੜਾ ਮਿਲਿਆ ਹੋਇਆ ਹੈ ਉੱਤਰ ਕੀ ਦਿੰਦਾ ਹੈ, ਉਹ ਕਹਿੰਦਾ ਮਾਨ ਨਾ ਕੀਜੈ ਸ਼ਰਨ ਭਰੀਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਏ। ਵੀ ਐਵੇਂ ਦਰਸ਼ਨ ਪਾ ਲਈਦਾ। ਤਾਂ ਜੇ ਉਹਦੇ ਬਚਨਾਂ ਨੂੰ ਕੋਈ ਪਰਿਵਾਰ ਚੋਂ ਮੰਨੇਗਾ ਤਾਂ ਪਰਿਵਾਰ ਵਾਲਾ ਤਰ ਜਾਏਗਾ, ਜੇ ਕੋਈ ਸ੍ਰਿਸ਼ਟੀ ਚੋਂ ਮੰਨੇਗਾ ਤਾਂ ਸ੍ਰਿਸ਼ਟੀ ਵਾਲਾ ਤਰ ਜਾਏਗਾ। ਇਹਨੂੰ ਕਹਿੰਦੇ ਨੇ ਕੁਟੰਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੇ। ਮਹਿਲਾ ਪੰਜਵਾਂ, ਪੰਡਿਤ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਿਨੇਹਾ।
ਮੋਠ ਦਾਲ ਨਹੀਂ ਸੀ ਬਣਾਉਂਦੇ ਮੋਠਾਂ ਦੀ, ਮਾਵਾਂ ਦੀ, ਮੋਠਾਂ ਦੀ, ਤੇ ਮੋਠਾਂ ਦੀ ਦਾਲ ਬਣਾਈ ਨਾ ਤੇ ਕਈ ਦਾਣੇ ਐਸੇ ਹੁੰਦੇ ਨੇ ਉਹ ਗਲਦੇ ਨਹੀਂ, ਉਹਨੂੰ ਆਮ ਕਹਿ ਦਿੰਦੇ ਨੇ ਕੋਕੜੂ ਜਾਂ ਕੋਰੜੂ ਜਾਂ ਕੋਰੜ। ਅਲੱਗ-ਅਲੱਗ ਇਲਾਕੇ ਵਿੱਚ ਅਲੱਗ-ਅਲੱਗ ਕਹਿੰਦੇ ਹੋਣਗੇ, ਤੁਹਾਡੇ ਇਲਾਕੇ ਵਿੱਚ ਕੀ ਕਹਿੰਦੇ ਨੇ, ਕੁਝ ਵੀ ਕਹਿੰਦੇ ਹੋਣਗੇ, ਲੇਕਿਨ ਉਹਨੂੰ ਕਹਿੰਦੇ ਨੇ ਕੋਰੜੂ, ਕੋਰੜ। ਕੋਰੜ ਮੋਠ ਦਾ ਮਤਲਬ ਉਹ ਮੋਠ ਦਾ ਦਾਣਾ ਜਿਹੜਾ ਦਾਲ ਦੇ ਵਿੱਚ ਗਲਦਾ ਨਹੀਂ। ਹੁਣ ਗੁਰੂ ਜੀ ਕਹਿੰਦੇ ਨੇ ਪੰਡਿਤ ਆਖਾਏ ਬਹੁਤੀ ਰਾਹੀਂ, ਜਿਹੜਾ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਹੈ। ਪੰਡਿਤ ਦਾ ਮਤਲਬ ਵਿਦਵਾਨ, ਜਿਹਨੇ ਸ਼ਾਸਤਰ ਪੜ੍ਹੇ ਨੇ, 6 ਸ਼ਾਸਤਰਾਂ ਦਾ, 4 ਵੇਦਾਂ ਦਾ ਗਿਆਤਾ ਹੈ, ਗਿਆਨ ਬੜਾ ਹੈ। ਪੰਡਿਤ ਆਖਾਏ, ਪਹਿਲਾਂ ਵੈਸ਼ਨੋ ਦੀ ਗੱਲ ਕੀਤੀ, ਹੁਣ ਪੰਡਿਤ ਦੀ ਕਰਦੇ ਨੇ ਕਿ ਆਪਣੇ ਆਪ ਨੂੰ ਪੰਡਿਤ ਅਖਵਾਉਂਦਾ ਹੈ। ਪਰ ਬਹੁਤੀ ਰਾਹੀਂ ਦਾ ਮਤਲਬ ਮਨ ਸੱਚ ਦੇ ਵਿੱਚ ਟਿਕਿਆ ਹੋਇਆ ਨਹੀਂ ਹੈ। ਮਨ ਬਹੁਤੇ ਰਾਹਾਂ ਵੱਲ ਦੌੜਦਾ ਪਿਆ, ਕਾਮ ਕ੍ਰੋਧ ਵੱਲ, ਈਰਖਾ ਦਵੇਸ਼ ਵੱਲ। ਮਨ ਖਿੰਡਿਆ ਹੋਇਆ ਹੈ, ਮਨ ਵਿਕਾਰਾਂ ਵਿੱਚ ਹੈ। ਤਾਂ ਕੋਰੜ ਮੋਠ ਜਨੇਹਾ, ਉਹ ਬੰਦਾ ਕੋਰੜੂ ਮੋਠ ਵਰਗਾ ਹੈ, ਸਖਤ ਹੈ, ਅੰਦਰ ਉਹਦੇ ਸਖਤੀ ਹੈ, ਅੰਦਰੋਂ ਉਹ ਗਲਿਆ ਨਹੀਂ, ਅੰਦਰੋਂ ਉਹਦੇ ਹੰਕਾਰ ਗਿਆ ਨਹੀਂ। ਤਾਂ ਉਹ ਉਸ ਕੋਰੜੂ ਮੋਠ ਵਰਗਾ ਹੈ ਜਿਹੜਾ ਪੂਰੀ ਦੀ ਪੂਰੀ ਦਾਲ ਦੇ ਵਿੱਚ ਗਲਦਾ ਨਹੀਂ, ਤੇ ਜੇ ਦੰਦ ਥੱਲੇ ਆਏ ਤੇ ਫਿਰ ਜੋ ਕੁਝ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ। ਐਵੇਂ ਉਹ ਤੰਗ ਕਰਦਾ ਨਾ ਮੋਠ। ਤਾਂ ਗੁਰੂ ਜੀ ਕਹਿੰਦੇ ਨੇ ਬਹੁਤੇ ਸ਼ਾਸਤਰ ਆਦਿਕ ਪੜਨ ਕਰਕੇ ਆਪਣੇ ਆਪ ਨੂੰ ਪੰਡਿਤ ਅਖਵਾਉਂਦਾ ਹੈ, ਲੇਕਿਨ ਮਨ ਦਸਾਂ ਦਿਸ਼ਾਂ ਵਿਕਾਰਾਂ ਵਿੱਚ ਦੌੜਦਾ ਹੈ। ਤਾਂ ਉਹ ਕੋਰੜੂ ਮੋਠ ਵਰਗਾ ਹੈ ਜੋ ਰਿੰਨਿਆ ਵੀ ਨਹੀਂ ਗਲਦਾ, ਯਾਨੀ ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਉਹਦਾ ਹੰਕਾਰ ਖਤਮ ਨਹੀਂ ਹੋਇਆ। ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ਼ਟਸ ਨਾਹੀ ਦੇਹਾ। ਤਿਸ਼ਟਸ ਦਾ ਮਤਲਬ ਹੁੰਦਾ ਹੈ ਟਿਕਣਾ, ਤਿਸ਼ਟਸ ਦਾ ਮਤਲਬ ਟਿਕਣਾ, ਟਿਕਾਵ। ਉਹਦੇ ਮਨ ਅੰਦਰ ਮੋਹ ਹੈ, ਨਿਤ ਭਰਮ ਵਿਆਪਿਆ, ਔਰ ਨਿਤ ਹੀ ਉਹ ਭਟਕਣਾ ਦੇ ਵਿੱਚ ਪਿਆ ਹੋਇਆ ਹੈ। ਅੰਦਰ ਮੋਹ ਹੈ, ਸੈਲਫਿਸ਼ਨੈਸ ਹੈ, ਬਾਹਰੋਂ ਗਿਆਨ ਬੜਾ ਹੈ, ਦਿਮਾਗ ਵਿੱਚ ਗਿਆਨ ਬਹੁਤ ਹੈ, ਪਰ ਸੋਚ ਦੇ ਅੰਦਰ ਸੈਲਫਿਸ਼ਨੈਸ ਹੈ, ਮੋਹ ਹੈ, ਭਟਕਣਾ ਦੇ ਵਿੱਚ ਪਿਆ ਹੋਇਆ ਹੈ। ਤਿਸ਼ਟਸ ਨਾਹੀ ਦੇਹਾ, ਤੇ ਉਹਦੀ ਦੇਹੀ ਵੀ ਨਹੀਂ ਟਿਕਦੀ, ਭਾਵ ਸਰੀਰ ਵਿੱਚ ਵੀ ਟਿਕਾਵ ਨਹੀਂ ਹੈ। ਜਿਹੜਾ ਹੈ ਕਰਮ ਵੀ ਉਹ ਮਾੜੇ ਕਰ ਰਿਹਾ ਹੈ, ਨਾ ਮਨ ਕਰਕੇ ਸ਼ਾਂਤ ਹੈ, ਨਾ ਤਨ ਕਰਕੇ ਸ਼ਾਂਤ ਹੈ। ਕੂੜੀ ਆਵੇ ਕੂੜੀ ਜਾਵੇ, ਇੱਥੇ ਕੂੜੀ ਆਵੇ ਕੂੜੀ ਜਾਵੇ ਦਾ ਮਤਲਬ ਕੂੜੀ ਆਵੇ ਜਾਵੇ, ਮਤਲਬ ਆਵੇ ਜਾਵੇ ਦਾ ਮਤਲਬ ਉਹਦੀ ਭੱਜ ਦੌੜ, ਆਉਣਾ ਤੇ ਜਾਣਾ, ਆਉਣਾ ਤੇ ਜਾਣਾ, ਭੱਜ ਦੌੜ। ਆਵੇ ਜਾਵੇ ਦਾ ਮਤਲਬ ਭੱਜ ਦੌੜ। ਕੂੜੀ ਦਾ ਮਤਲਬ ਝੂਠੀ। ਮਾਇਆ ਕੀ ਨਿਤ ਜੋਹਾ, ਜੋਹਾ ਦਾ ਮਤਲਬ ਤਾਕ। ਤਾਂ ਗੁਰੂ ਜੀ ਕਹਿੰਦੇ ਨੇ ਉਸ ਪੰਡਿਤ ਦੀ ਵਿਦਿਆ ਵਾਲੀ ਜਿਹੜੀ ਸਾਰੀ ਭੱਜ ਦੌੜ ਹੈ ਨਾ, ਉਹ ਝੂਠੀ ਮੁੱਠੀ ਹੈ, ਕਿਉਂਕਿ ਮਾਇਆ ਦੀ ਤਾਕ ਹੈ, ਉਹਨੂੰ ਮਾਇਆ ਦੀ ਝਾਕ ਹੈ, ਉਹਦੇ ਅੰਦਰ ਗੁਣ ਨਹੀਂ, ਮਨ ਵਿੱਚ ਸੈਲਫਿਸ਼ਨੈਸ ਹੈ, ਸਰੀਰ ਕਰਕੇ ਕਰਮ ਮਾੜੇ ਕਰਦਾ ਹੈ। ਤਾਂ ਉਹਦਾ ਜਿਹੜਾ ਗਿਆਨ ਹੈ ਧਰਮ ਸ਼ਾਸਤਰਾਂ ਦਾ, ਉਹ ਝੂਠਾ ਮੁੱਠਾ ਹੀ ਹੈ, ਕਿਉਂਕਿ ਸੋਚ ਤਾਂ ਬਦਲੀ ਨਹੀਂ। ਤਾਂ ਕੇਵਲ ਧਾਰਮਿਕ ਗ੍ਰੰਥਾਂ ਦਾ ਗਿਆਨ ਹਾਸਲ ਕਰ ਲੈਣਾ ਕਦੇ ਵੀ ਆਤਮਿਕ ਜੀਵਨ ਨਹੀਂ ਦਿੰਦਾ, ਜੇਕਰ ਅਸੀਂ ਉਸ ਗਿਆਨ ਨੂੰ ਇੰਪਲੀਮੈਂਟ ਨਹੀਂ ਕਰਦੇ। ਸਪੋਜ਼ ਜਿਵੇਂ ਮੈਂ ਆਪ ਦੇ ਨਾਲ ਬਾਣੀ ਦੀ ਵਿਚਾਰ ਕਰ ਰਿਹਾ, ਹੁਣ ਇਹ ਇੱਕ ਕਲਾ ਹੈ। ਤੁਸੀਂ ਜੇ ਕਲਾ ਸਿੱਖੋਗੇ ਤੇ ਤੁਸੀਂ ਵੀ ਕਰ ਲੋਗੇ, 4 ਦਿਨ ਪੜੋਗੇ ਤਾਂ ਤੁਸੀਂ ਵੀ ਬੋਲਣ ਦਾ ਅਭਿਆਸ ਹੋ ਜਾਏਗਾ। ਇਹ ਇੱਕ ਕਲਾ ਹੈ। ਜੇ ਮੈਂ ਬਾਣੀ ਦੀ ਵਿਚਾਰ ਕਰਦਾ, ਬਾਣੀ ਤੇ ਅਮਲ ਨਹੀਂ ਕਰਦਾ, ਤਾਂ ਗੁਰੂ ਜੀ ਕਹਿੰਦੇ ਨੇ ਅਵਰ ਉਪਦੇਸੈ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਇਸੇ ਤਰ੍ਹਾਂ ਚਾਹੇ ਦੁਨਿਆਵੀ ਗਿਆਨ ਹੈ, ਧਾਰਮਿਕ ਗਿਆਨ ਹੈ, ਗਿਆਨ ਤੇ ਬਹੁਤ ਹੈ, ਪਰ ਜੇਕਰ ਸੋਚ ਨਹੀਂ ਬਦਲੀ ਤਾਂ ਫਿਰ ਆਤਮਿਕ ਜੀਵਨ ਨਹੀਂ ਮਿਲੇਗਾ। ਫਿਰ ਇਹ ਗਿਆਨ ਜਿਹੜਾ ਹੈ ਝੂਠਾ ਮੁੱਠਾ ਹੀ ਹੋਇਆ ਨਾ ਮੇਰਾ ਵੀ, ਕਿਉਂਕਿ ਮੈਂ ਸੱਚ ਨੂੰ ਅਪਣਾਇਆ ਤੇ ਹੈ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਐਸੀ ਜਿਹੜੀ ਉਹਦੀ ਵਿਦਿਆ ਵਾਲੀ ਭੱਜ ਦੌੜ ਹੈ ਉਹ ਝੂਠੀ ਹੈ, ਕਿਉਂਕਿ ਉਹਦੀ ਸਾਰੀ ਜਿਹੜੀ ਭੱਜ ਦੌੜ ਹੈ ਉਹ ਇਨਸਾਨੀਅਤ ਵਾਸਤੇ ਨਹੀਂ, ਰੱਬੀ ਗੁਣਾਂ ਲਈ ਨਹੀਂ, ਉਹ ਸਗੋਂ ਮਾਇਆ ਵਾਸਤੇ ਹੈ। ਤੇ ਐਸੇ ਜਿਹੜੇ ਇਨਸਾਨ ਨੇ, ਗਿਆਨੀ ਤੇ ਬੜੇ ਨੇ, ਗਿਆਨ ਬਹੁਤ ਹੈ, ਵੇਦ ਸ਼ਾਸਤਰਾਂ ਦਾ ਪਤਾ ਹੈ, ਫਿਲੋਸਫਰ ਨੇ, ਮਾਸਟਰ ਡਿਗਰੀਆਂ ਨੇ, ਲੇਕਿਨ ਜੀਵਨ ਠੀਕ ਨਹੀਂ, ਸੋਚ ਠੀਕ ਨਹੀਂ। ਤੇ ਉਹਨਾਂ ਦੀ ਅਗਲੀ ਪ੍ਰੋਬਲਮ ਦੱਸਦੇ ਨੇ, ਸੱਚ ਕਹੇ ਤਾਂ ਛੋਹ ਆਵੇ,
ਛੋਹ ਦਾ ਮਤਲਬ ਇੱਥੇ ਹੈ ਖਿਜ, ਗੁੱਸਾ। ਅੰਤਰ ਬਹੁਤਾ ਰੋਹਾ, ਰੋਹਾ ਦਾ ਮਤਲਬ ਰੋਹ, ਗੁੱਸਾ। ਛੋਹ ਦਾ ਮਤਲਬ ਖਿਜ। ਜੇ ਕੋਈ ਐਸੇ ਬੰਦੇ ਨੂੰ ਅਸਲੀਅਤ ਦੱਸੇ ਵੀ ਭਲੇ ਪੁਰਸ਼ਾ ਤੇਰੀ ਅਸਲੀਅਤ ਤੇ ਹੈ, ਧਰਮ ਸ਼ਾਸਤਰ ਤੂੰ ਪੜ ਰਿਹਾ ਹੈ, ਮੱਥੇ ਤੇ ਤੂੰ ਤਿਲਕ ਲਾਏ ਨੇ, ਤੀਰਥਾਂ ਤੇ ਤੂੰ ਇਸ਼ਨਾਨ ਕਰਦਾ ਹੈ, ਧਾਰਮਿਕ ਚਿੰਨ੍ਹ ਧਾਰਨ ਕਰੇ ਹੋਏ ਨੇ, ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਵੀ ਕਹਿ ਰਿਹਾ ਹੈ, ਪਰ ਕਰਤੂਤਾਂ ਸਾਰੀਆਂ ਤੇਰੀਆਂ ਮਾੜੀਆਂ ਨੇ, ਤੂੰ ਕਰੈਕਟਰਲੈਸ ਵੀ ਹੈ, ਤੂੰ ਚੋਰੀ ਸ਼ਰਾਬ ਵੀ ਪੀਂਦਾ ਹੈ, ਤੂੰ ਇਮੋਸ਼ਨਲ ਬਲੈਕਮੇਲ ਵੀ ਕਰਦਾ ਹੈ, ਤੂੰ ਫਲਾਣੇ ਤੋਂ ਰਿਸ਼ਵਤ ਵੀ ਲਈ ਸੀ, ਕਰਤੂਤਾਂ ਤੇਰੀਆਂ ਇਹ ਨੇ। ਹੁਣ ਸੱਚ ਕਹੇ, ਜੇ ਉਹਨੂੰ ਕੋਈ ਸੱਚ ਦੱਸੇ, ਉਹਦੀ ਅਸਲੀਅਤ ਦੱਸੇ, ਤਾਂ ਛੋਹ ਆਵੇ, ਉਹ ਖਿਜ ਜਾਂਦਾ, ਉਹ ਖਿਜਦਾ ਹੈ, ਕਿਉਂਕਿ ਅੰਤਰ ਬਹੁਤਾ ਰੋਹਾ, ਕਿਉਂਕਿ ਐਸੇ ਬੰਦੇ ਦੇ ਅੰਦਰ ਬੜਾ ਰੋਹ ਭਰਿਆ ਹੁੰਦਾ ਹੈ, ਗੁੱਸਾ ਭਰਿਆ ਹੁੰਦਾ ਹੈ। ਤਾਂ ਉਹਦੇ ਧਰਮ ਸ਼ਾਸਤਰ ਪੜਨ ਦਾ, ਧਾਰਮਿਕ ਚਿੰਨ੍ਹ ਧਾਰਨ ਕਰਨ ਦਾ, ਧਾਰਮਿਕ ਕੱਪੜੇ ਪਾਉਣ ਦਾ, ਤੀਰਥਾਂ ਤੇ ਇਸ਼ਨਾਨ ਕਰਨ ਦਾ, ਮੂੰਹ ਚੋਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਨ ਦਾ ਲਾਭ ਕੀ ਆਇਆ? ਜੇ ਕੋਈ ਉਹਨੂੰ ਇਹ ਅਸਲੀਅਤ ਦੱਸੇ ਤਾਂ ਉਹਨੂੰ ਖਿਜ ਆਉਂਦੀ ਹੈ, ਕਿਉਂਕਿ ਸ਼ਾਸਤਰ ਆਦਿਕ ਪੜ੍ਹ ਕੇ ਵੀ ਉਹਦੇ ਅੰਦਰੋਂ ਗੁੱਸਾ ਨਹੀਂ ਗਿਆ, ਉਹਦੇ ਅੰਦਰ ਕ੍ਰੋਧ ਹੈ। ਵਿਆਪਿਆ ਦੁਰਮਤ ਕੁਬੁੱਧ ਕੁਮੂੜਾ, ਮਨ ਲਾਗਾ ਤਿਸ ਮੋਹਾ। ਕੁਮੂੜਾ ਦਾ ਮਤਲਬ ਬਹੁਤ ਮੂਰਖ, ਇੱਕ ਤੇ ਹੁੰਦਾ ਹੈ ਮੂੜਾ, ਮੂੜਾ ਦਾ ਮਤਲਬ ਮੂਰਖ, ਤੇ ਕਮੂੜਾ ਦਾ ਮਤਲਬ ਬਹੁਤ ਮੂਰਖ। ਮੂਰਖ ਨਾ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ। ਕਈ ਬੰਦੇ ਨਾ ਮੂਰਖ ਹੁੰਦੇ ਨੇ, ਤੇ ਮੂਰਖ ਉਹਨੂੰ ਕਹਿੰਦੇ ਨੇ ਜਿਹਨੂੰ ਨਾ ਆਪਣੀ ਸਮਝ ਨਾ ਹੋਵੇ, ਪਰ ਉਹ ਕਈ ਵਾਰ ਦੂਜਿਆਂ ਦਾ ਆਖਿਆ ਮੰਨ ਲੈਂਦੇ ਨੇ, ਗਲਤੀ ਮੰਨ ਲੈਂਦੇ ਨੇ। ਮੂਰਖ ਬੰਦਾ ਹੈ, ਆਪਣੀ ਅਕਲ ਨਹੀਂ, ਪਰ ਦੂਜੇ ਦੀ ਕਹਿਆ ਕਈ ਵਾਰ ਮੰਨ ਜਾਂਦੇ ਨੇ। ਦੂਜਾ ਹੁੰਦਾ ਹੈ ਅੰਧ ਮੂਰਖ। ਅੰਧ ਮੂਰਖ ਉਹ ਹੁੰਦਾ ਜਿਹਦੇ ਵਿੱਚ ਆਪਣੀ ਅਕਲ ਵੀ ਨਹੀਂ, ਆਪ ਗਲਤ ਹੈ, ਤੇ ਦੂਜੇ ਦੀ ਕਹੀ ਹੋਈ ਗੱਲ ਵੀ ਨਹੀਂ ਮੰਨਦੇ, ਦੂਜੇ ਦੀ ਗੱਲ ਵੀ ਨਹੀਂ ਮੰਨਦੇ, ਮੂਰਖ। ਤੀਜੇ ਨੇ ਘੋਰ ਮੂਰਖ। ਘੋਰ ਮੂਰਖ ਜਿਹੜੇ ਨੇ ਉਹ ਐਸੇ ਹੁੰਦੇ ਨੇ, ਨਾ ਤੇ ਆਪਣੀ ਸਮਝ ਹੈ, ਨਾ ਦੂਜੇ ਦੀ ਗੱਲ ਮੰਨਦੇ ਨੇ, ਸਗੋਂ ਜਿਹੜਾ ਸਿਆਣਪ ਦੀ ਗੱਲ ਕਰੇ ਨਾ, ਉਹਨੂੰ ਮੂਰਖ ਬਣਾ ਦਿੰਦੇ ਨੇ, ਉਹਨੂੰ ਮੂਰਖ ਸਮਝਦੇ ਨੇ। ਜਿਵੇਂ ਨਾ ਇੱਕ ਮਿਸਾਲ ਹੈ ਸਾਡੀ ਪੰਜਾਬੀ ਦੀ, ਥੋੜੀ ਹਾਸੇ ਵਾਲੀ ਵੀ ਹੈ। ਸਾਡੀ ਪੰਜਾਬੀ ਦੀ ਇੱਕ ਮਿਸਾਲ ਹੈ, ਜੇ ਕਿਸੇ ਨੂੰ ਕਹੀਏ ਨਾ ਵੀ ਤੂੰ ਇੰਜ ਕੰਮ ਕਰ ਲੈ ਚੰਗਾ, ਤੇ ਉਹ ਕਹਿੰਦਾ ਚਲੋ ਭਾਈ ਜੀ ਅਸੀਂ ਤੁਹਾਡੀ ਪੂਛ ਫੜ ਕੇ ਪਾਰ ਹੋ ਜਾਵਾਂਗੇ, ਕਿ ਤੁਸੀਂ ਅੰਮ੍ਰਿਤ ਛਕ ਲਓ ਜਾਂ ਬਾਣੀ ਪੜਿਆ ਕਰੋ। ਤੇ ਅਗਲਾ ਪਤਾ ਕੀ ਕਹਿੰਦਾ, ਚਲੋ ਭਾਈ ਜੀ ਗਿਆਨੀ ਜੀ ਤੁਹਾਡੀ ਪੂਛ ਫੜ ਕੇ ਪਾਰ ਹੋ ਜਾਵਾਂਗੇ। ਕਹਿੰਦੇ ਨੇ ਨਾ, ਸਿਰ ਹਿਲਾ ਕੇ ਦੱਸੋ, ਕਹਿੰਦੇ ਨੇ ਨਾ ਤੁਹਾਡੀ ਪੂਛ ਫੜ ਕੇ। ਹੁਣ ਦੇਖੋ, ਫੜਨ ਵਾਲਾ ਪੂਛ ਤਾਂ ਫੜੇਗਾ ਜੇ ਉਹ ਬੰਦਾ ਹੋਏਗਾ, ਤੇ ਉਹਦੇ ਹੱਥ ਹੋਣਗੇ ਪੂਛ ਤਾਂ ਹੀ ਫੜੇਗਾ। ਤੇ ਗਿਆਨੀ ਦੀ ਪੂਛ ਤਾਂ ਫੜੇਗਾ ਜੇ ਗਿਆਨੀ ਡੰਗਰ ਬਣੇਗਾ। ਤੁਹਾਡੀ ਪੂਛ ਫੜ ਕੇ ਪਾਰ ਹੋ ਜਾਣਗੇ, ਯਾਨੀ ਅਗਲੇ ਨੂੰ ਡੰਗਰ ਬਣਾਉਣਾ ਤੇ ਆਪ ਫਿਰ ਬੰਦਾ ਰਹਿਣਾ, ਇਹਨੂੰ ਕਹਿੰਦੇ ਨੇ ਘੋਰ ਮੂਰਖ। ਤਾਂ ਗੁਰੂ ਜੀ ਇੱਥੇ ਕਹਿ ਰਹੇ ਨੇ ਕਮੂੜਾ ਦਾ ਮਤਲਬ ਬਹੁਤ ਵੱਡਾ ਮੂਰਖ। ਵਿਆਪਿਆ ਦੁਰਮਤ ਕੁਬੁੱਧ ਕੁਮੂੜਾ, ਕੁਬੁੱਧ ਦਾ ਮਤਲਬ ਖੋਟੀ ਮੱਤ ਵਾਲਾ, ਕੋਝੀ ਮੱਤ ਵਾਲਾ, ਭੈੜੀ ਮੱਤ ਵਾਲਾ। ਤਾਂ ਅਜਿਹਾ ਜਿਹੜਾ ਪੰਡਿਤ ਹੈ, ਅਜਿਹਾ ਜਿਹੜਾ ਵਿਦਵਾਨ ਹੈ, ਜਿਹਨੇ ਧਰਮ ਗ੍ਰੰਥ ਬਹੁਤ ਪੜ੍ਹੇ ਨੇ ਜਾਂ ਦੁਨਿਆਵੀ ਵਿਦਿਆ ਬਹੁਤ ਲਈ ਹੈ, ਲੇਕਿਨ ਜੇ ਉਹਦੇ ਅੰਦਰ ਸ਼ੁਭ ਗੁਣ ਨਹੀਂ, ਤਾਂ ਅਜਿਹਾ ਪੰਡਤ ਅਸਲ ਵਿੱਚ ਭੈੜੀ ਕੋਝੀ ਮੱਤ ਦਾ ਮਾਰਿਆ ਹੋਇਆ ਮਹਾਮੂਰਖ ਹੁੰਦਾ ਹੈ। ਕਿਉਂਕਿ ਮਨ ਲਾਗਾ ਤੇ ਸਮੂਹਾ, ਕਿਉਂਕਿ ਉਹਦੇ ਮਨ ਦੇ ਅੰਦਰ ਮਾਇਆ ਦਾ ਮੋਹ ਬਲਵਾਨ ਹੈ, ਉਹਦੇ ਅੰਦਰ ਸੈਲਫਿਸ਼ਨੈਸ ਹੈ, ਉਹਦੀ ਸੋਚ ਮਾੜੀ ਹੈ। ਤਾਂ ਇਹੋ ਜਿਹਾ ਜਿਹੜਾ ਧਰਮ ਸ਼ਾਸਤਰ ਪੜਿਆ ਹੋਇਆ ਵੀ ਹੈ, ਉਹ ਮਹਾਮੂਰਖ ਹੈ, ਭੈੜੀ ਮੱਤ ਵਾਲਾ ਹੈ, ਖੋਟੀ ਮੱਤ ਵਾਲਾ ਹੈ। ਔਰ ਐਸੇ ਲੋਕਾਂ ਨੇ ਇਸ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਕਿਉਂਕਿ ਉਹਨਾਂ ਦੇ ਅੰਦਰ ਮੋਹ ਹੈ, ਔਰ ਉਸ ਮੋਹ ਦੇ ਕਾਰਨ ਲੋਕਾਂ ਨੂੰ ਮਿਸਗਾਈਡ ਕਰਦੇ ਨੇ ਔਰ ਚੰਗੀ ਜ਼ਿੰਦਗੀ ਨਹੀਂ ਜੀਂਦੇ। ਅਗਲਾ ਬਚਨ ਗੁਰਦੇਵ ਜੀ ਕਰਕੇ ਸਮਝਾ ਰਹੇ ਨੇ, ਠੱਗੈ ਸੇਤੀ ਠੱਗ ਰਲ ਆਇਆ, ਸਾਥ ਤੇ ਇੱਕੋ ਜਿਹਾ। ਠੱਗੈ ਸੇਤੀ, ਹੁਣ ਠੱਗ ਨੇ ਦੋ ਤਰ੍ਹਾਂ ਦੇ। ਇੱਕ ਤਾਂ ਠੱਗ ਮੈਂ ਹਾਂ ਜਿਹੜਾ ਲੋਕਾਂ ਨੂੰ ਠੱਗ ਰਿਹਾ ਵਾਂ, ਤੇ ਦੂਜੇ ਕੁਛ ਐਸੇ ਠੱਗ ਨੇ ਜਿਨ੍ਹਾਂ ਨੇ ਮੈਨੂੰ ਠੱਗਿਆ ਹੋਇਆ ਹੈ, ਜਿਨ੍ਹਾਂ ਦਾ ਮੈਂ ਠੱਗਿਆ ਹੋਇਆ। ਮੈਨੂੰ ਕਿਹਨੇ ਠੱਗ ਲਿਆ? ਮੇਰਾ ਆਤਮਿਕ ਜੀਵਨ, ਮੇਰੇ ਸ਼ੁਭ ਗੁਣ। ਕਿਸੇ ਨੂੰ ਗੁੱਸੇ ਨੇ ਠੱਗ ਲਿਆ ਹੈ, ਕਿਸੇ ਨੂੰ ਕਾਮ ਨੇ, ਕ੍ਰੋਧ ਨੇ, ਲੋਭ ਨੇ, ਮੋਹ ਨੇ, ਇਹਨਾਂ ਦਾ ਠੱਗਿਆ ਨੇ। ਇਹ ਪੰਜ ਵਿਕਾਰ ਠੱਗ ਨੇ।
ਇਹਨਾਂ ਨੇ ਮੈਨੂੰ ਠੱਗਿਆ, ਮੈਂ ਅੱਗੋਂ ਲੋਕਾਂ ਨੂੰ ਠੱਗਦਾ ਫਿਰਦਾ। ਠੱਗੈ ਸੇਤੀ ਠੱਗ ਰਲ ਆਇਆ। ਤਾਂ ਇਹੋ ਜਿਹਾ ਜਿਹੜਾ ਵਿਦਵਾਨ ਹੈ, ਧਾਰਮਿਕ ਸ਼ਾਸਤਰ ਪੜ੍ਹਿਆ ਹੋਇਆ ਹੈ, ਲੇਕਿਨ ਕਾਮ ਕ੍ਰੋਧ ਦਾ ਠੱਗਿਆ ਹੋਇਆ ਹੈ, ਤਾਂ ਇਹਨਾਂ ਠੱਗਾਂ ਦੇ ਨਾਲ ਮਿਲ ਕੇ ਉਹ ਠੱਗ ਇੱਕ ਆ ਜਾਂਦਾ ਹੈ। ਸਾਥ ਪੇ ਇੱਕੋ ਜਿਹਾ, ਤੇ ਉਹਦਾ ਸਾਥ ਵੀ ਇੱਕੋ ਜਿਹਾ ਹੋ ਜਾਂਦਾ ਹੈ। ਕਾਮ ਕ੍ਰੋਧ ਵੀ ਠੱਗ ਤੇ ਉਹ ਵੀ ਠੱਗ। ਇਹਨਾਂ ਵਿਕਾਰਾਂ ਦੇ ਨਾਲ ਰਲ ਕੇ ਉਹਦੀ ਸੁਰਤ ਦਾ ਜਿਹੜਾ ਹੈ ਮਿਲਾਪ ਉਹਨਾਂ ਵਿਕਾਰਾਂ ਦੇ ਨਾਲ ਹੋ ਜਾਂਦਾ ਹੈ। ਤੇ ਜਿਹੜੇ ਫਿਰ ਐਸੇ ਲੋਕਾਂ ਦੇ ਨਾਲ ਮਿਲਦੇ ਨੇ ਉਹ ਵੀ ਇਹੋ ਜਿਹੇ ਹੁੰਦੇ ਨੇ। ਅਭਿਆਗਤ ਏ ਨਾਖੀਆਂ ਜਿਨ ਕੇ ਮਨ ਮੈਂ ਭਰਮ, ਤਿਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ। ਕਿਉਂਕਿ ਇਹੋ ਜਿਹੇ ਲੋਕਾਂ ਦੀ ਸੰਗਤ ਵੀ ਉਹ ਹੀ ਕਰਨਗੇ। ਕਿਸੇ ਬੰਦੇ ਨੇ ਬਹੁਤ ਵਧੀਆ ਕਿਹਾ ਹੈ, ਉਹ ਕਹਿੰਦਾ ਤੁਸੀਂ ਮੈਨੂੰ ਕਿਸੇ ਬੰਦੇ ਦੇ ਯਾਰ ਦੋਸਤਾਂ ਬਾਰੇ ਦੱਸੋ ਕਿ ਉਹ ਕਿਹੋ ਜਿਹੇ ਨੇ, ਤੇ ਮੈਂ ਤੁਹਾਨੂੰ ਦੱਸਾਂਗਾ ਉਹ ਬੰਦਾ ਕਿਹੋ ਜਿਹਾ ਹੈ। ਯਾਰ ਦੋਸਤਾਂ ਤੋਂ ਅਸਲੀਅਤ ਦਾ ਪਤਾ ਲੱਗ ਜਾਂਦਾ ਨਾ। ਸਤਿਗੁਰ ਸਰਾਫ ਨਦਰੀ ਵਿੱਚ ਤੋਂ ਕੱਢੈ ਤਾਂ ਉਘੜ ਆਇਆ ਲੋਹਾ। ਸਤਿਗੁਰ ਸਰਾਫ, ਸਰਾਫ ਦਾ ਮਤਲਬ ਸੁਨਿਆਰਾ ਜਿਹੜਾ ਪਰਖ ਕਰਦਾ ਹੈ ਕਸਵੱਟੀ ਤੇ। ਨਦਰੀ ਵਿੱਚ ਤੋਂ ਕੱਢੇ ਦਾ ਮਤਲਬ ਨਜ਼ਰ ਵਿੱਚੋਂ ਕੱਢਦਾ ਹੈ, ਗੌਰ ਨਾਲ ਪਰਖਦਾ ਹੈ। ਤਾਂ ਉਘੜ ਆਇਆ ਲੋਹਾ, ਲੋਹਾ ਦਾ ਮਤਲਬ ਚਮਕ ਪੈਂਦਾ ਹੈ। ਜਦੋਂ ਸਰਾਫ ਸਤਿਗੁਰ ਗੌਹ ਦੇ ਨਾਲ ਪਰਖ ਕਰਦਾ ਹੈ ਕਿ ਇਹ ਬਾਹਰੋਂ ਸੋਨਾ ਚਮਕਦਾ ਦਿਸਦਾ, ਜਿਵੇਂ ਕੋਈ ਸੋਨਾ ਦੀ ਪਾਲਿਸ਼ ਕਰਦਾ ਹੈ ਪਿੱਤਲ ਤੇ, ਤਾਂਬੇ ਤੇ, ਲੋਹੇ ਤੇ, ਤਾਂ ਬਾਹਰੋਂ ਉਹ ਸੋਨੇ ਦਾ ਭੁਲੇਖਾ ਪਾ ਰਿਹਾ। ਅਸੀਂ ਤਾਂ ਉਹਨੂੰ ਸੋਨਾ ਸਮਝ ਲਵਾਂਗੇ, ਪਰ ਸੁਨਿਆਰ ਵੀਰ ਜਦੋਂ ਕਸਵੱਟੀ ਤੇ ਲਾਏਗਾ ਉਹਨੇ ਕਹਿਣਾ ਤੇ ਲੋਹਾ ਹੈ, ਲੋਹੇ ਤੇ ਸੋਨੇ ਦੀ ਪੱਤ ਚੜਾਈ ਹੈ। ਉਹਦਾ ਪਰਦਾ ਉਗੜ ਜਾਂਦਾ। ਆਮ ਜੋ ਜਨਤਾ ਹੈ ਉਹ ਧਾਰਮਿਕ ਪਹਿਨਾਵੇ ਪਹਿਨੇ ਹੋਏ ਲੋਕਾਂ ਨੂੰ ਧਰਮੀ ਸਮਝ ਬੈਂਦੀ ਹੈ ਕਿ ਵਾਸਤਵ ਵਿੱਚ ਹੀ ਧਰਮੀ ਹੈ, ਕਿਉਂਕਿ ਇਹਨੇ ਧਾਰਮਿਕ ਚੱਕਰ ਬਣਾਏ ਨੇ, ਧਾਰਮਿਕ ਚਿੰਨ੍ਹ ਧਾਰਨ ਕੀਤੇ ਹੋਏ ਨੇ, ਧਾਰਮਿਕ ਪਹਿਨਾਵਾ ਪਹਿਨਿਆ ਹੈ। ਇਹ ਤੀਰਥਾਂ ਤੇ ਵੀ ਨਹਾਉਂਦਾ ਹੈ, ਮੂੰਹ ਦੇ ਵਿੱਚੋਂ ਰਾਮ ਰਾਮ ਵੀ ਕਰ ਰਿਹਾ ਹੈ। ਇਹ ਵਾਸਤਵ ਚ ਧਰਮੀ ਹੋਏਗਾ, ਲੇਕਿਨ ਉਹ ਉਹਦੀ ਮਾਨਸਿਕਤਾ ਨੂੰ ਨਹੀਂ ਪਰਖਦੇ ਤੇ ਉਹ ਉਹਨਾਂ ਦਾ ਇਮੋਸ਼ਨਲ ਬਲੈਕਮੇਲ ਕਰ ਲੈਂਦਾ ਹੈ। ਸਾਨੂੰ ਆਮ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ, ਔਰ ਭੁਲੇਖਾ ਪਾਇਆ ਵੀ ਹੋਇਆ ਹੈ, ਪਰ ਗੁਰੂ ਨੂੰ ਭੁਲੇਖਾ ਨਹੀਂ ਲੱਗਦਾ। ਸਤਿਗੁਰ ਸਰਾਫ ਨਦਰੀ ਵਿੱਚ ਤੋਂ ਕੱਢੈ, ਜਦੋਂ ਗੁਰੂ ਆਪਣੀ ਨਜ਼ਰ ਚੋਂ ਕੱਢਦਾ ਹੈ, ਪਰਖਦਾ ਹੈ, ਤਾਂ ਉਘੜ ਆਇਆ ਲੋਹਾ, ਤਾਂ ਉਹ ਲੋਹਾ ਪ੍ਰਗਟ ਹੋ ਜਾਂਦਾ ਵੀ ਇਹ ਤੇ ਅੰਦਰਾਂ ਕੱਖ ਵੀ ਨਹੀਂ, ਤੇ ਬਾਹਰੋਂ ਧਾਰਮਿਕ ਕੱਪੜੇ ਪਾਈ ਫਿਰਦਾ ਤੇ ਮੂੰਹ ਚੋਂ ਰਾਮ ਰਾਮ ਕਰਦਾ ਫਿਰਦਾ। ਇਹਨ ਤੇ ਸਿਰਫ ਚੱਕਰ ਬਣਾਏ ਨੇ, ਤੀਰਥਾਂ ਤੇ ਨਹਾਉਂਦਾ ਫਿਰਦਾ, ਅੰਦਰ ਤੇ ਮਹਿਲ ਹੈ, ਬਾਹਰੋਂ ਸਾਫ਼ ਸੁਥਰਾ ਹੈ, ਕੱਪੜੇ ਸਾਫ਼ ਨੇ, ਧਾਰਮਿਕ ਪਹਿਨਾਵਾ, ਪਰ ਅੰਦਰ ਤੇ ਧਰਮ ਹੈ ਨਹੀਂ। ਗੁਰੂ ਪਰਖਦਾ ਹੈ, ਗੁਰੂ ਦੀ ਪਰਖ ਵਿੱਚ ਲੋਹਾ। ਤੇ ਗੁਰੂ ਜੀ ਕਹਿੰਦੇ ਨੇ ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ, ਉਘੜਿਆ ਪੜਦਾ ਅੱਗੇ ਆਏ ਖਲੋਹਾ। ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ, ਕਈ ਥਾਵਾਂ ਤੇ ਵੀ ਬੇਸ਼ੱਕ ਇਹਨੂੰ ਰਲਾ ਕੇ ਰੱਖੀਏ, ਪਰ ਇਹਦਾ ਅੰਦਰਲਾ ਜਿਹੜਾ ਅਸਲੀਅਤ ਹੈ ਉਹ ਅੱਗੇ ਆ ਖਲੋਂਦੀ ਹੈ, ਅਸਲੀਅਤ ਅੱਗੇ ਆ ਖਲੋਂਦੀ ਹੈ। ਅਸਲੀਅਤ ਦਾ ਪਤਾ ਲੱਗ ਜਾਂਦਾ। ਅਸਲੀਅਤ ਨੂੰ ਕਿਵੇਂ ਲੁਕਾਓਗੇ? ਜੋ ਕਰੈਕਟਰਲੈਸ ਆਦਮੀ ਉਹ ਕਿਤੇ ਨਾ ਕਿਤੇ ਉਹਦੀ ਨਜ਼ਰ ਪ੍ਰਗਟ ਹੋ ਜਾਣੀ ਹੈ। ਜਿਹੜਾ ਚੋਰੀਆਂ ਕਰਨ ਦਾ ਸੁਭਾਅ ਹੈ ਉਹਨੇ ਕਿਤੇ ਨਾ ਕਿਤੇ ਛੋਟੀ ਮੋਟੀ ਚੋਰੀ ਕਰ ਲੈਣੀ ਹੈ। ਜਿਹੜਾ ਗੁੱਸੇ ਵਾਲਾ ਸੁਭਾਅ ਹੈ ਪ੍ਰਗਟ ਹੋ ਜਾਣਾ ਹੈ। ਸੋਚ ਜਿਹੜੀ ਹੈ ਬੋਲਾਂ ਰਾਹੀਂ, ਬਿਹੇਵੀਅਰ ਰਾਹੀਂ ਪ੍ਰਗਟ ਹੋ ਜਾਂਦੀ ਹੈ। ਕਦੇ ਇਹਨਾਂ ਚੀਜ਼ਾਂ ਨੂੰ ਛੁਪਾਇਆ ਨਹੀਂ ਜਾ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਜੋ ਧਾਰਮਿਕ ਪਹਿਨਾਵੇ ਪਹਿਨ ਕੇ ਲੋਕਾਂ ਨੂੰ ਠੱਗਦੇ ਨੇ, ਬੜੇ ਥਾਵਾਂ ਤੇ ਰਲਣ ਦਾ ਯਤਨ ਕਰਦੇ ਨੇ, ਪਰ ਗੁਰੂ ਦੀ ਨਜ਼ਰ ਦੇ ਵਿੱਚ ਜਦੋਂ ਆਉਂਦੇ ਨੇ ਤੇ ਉਹਨਾਂ ਦਾ ਪਰਦਾ ਫਾਸ਼ ਹੋ ਜਾਂਦਾ ਹੈ। ਇਸ ਲਈ ਮੈਂ ਆਪ ਨੂੰ ਬਾਰ-ਬਾਰ ਕਹਿ ਰਿਹਾ ਕਿ ਹਰ ਚੀਜ਼ ਨੂੰ ਗੁਰਬਾਣੀ ਤੇ ਜ਼ਰੂਰ ਪਰਖ ਲੈਣਾ। ਜਿਹਦੀ ਜੀਵਨੀ, ਜਿਹਦੀ ਸੋਚ, ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰੇ ਉਹ ਠੀਕ ਹੈ, ਉਹ ਸੋਨਾ ਹੈ, ਬਾਕੀ ਲੋਹਾ ਹੈ। ਸਤਿਗੁਰ ਕੀ ਜੇ ਸਰਣੀ ਆਵੇ ਫਿਰ ਮਨੂਰੋਂ ਕੰਚਨ ਹੋਹਾ। ਮਨੂਰੋਂ ਦਾ ਮਤਲਬ, ਮਨੂਰ ਕਹਿੰਦੇ ਨੇ ਨਿਕੰਮਾ ਲੋਹਾ। ਜਿਵੇਂ ਲੋਹੇ ਨੂੰ ਜੰਗਾਲ ਲੱਗ ਜਾਏ ਨਾ, ਤੇ ਜੰਗਾਲ ਲੱਗ ਕੇ ਉਹਦੀਆਂ ਚਰੇਪੜੀਆਂ ਥੱਲੇ ਡਿੱਗਦੀਆਂ ਨੇ, ਜਾਂ ਲੋਹਾਰ ਦੀ ਦੁਕਾਨ ਤੇ ਵੇਖਿਆ ਹੋਵੇਗਾ ਲੋਹਾ ਸੜ ਕੇ ਚਰੇਪੜੀਆਂ ਥੱਲੇ ਡਿੱਗ ਜਾਂਦੀਆਂ ਨੇ, ਉਹ ਲੋਹਾ ਬੇਕਾਰ ਹੋ ਜਾਂਦਾ ਹੈ, ਉਹਨੂੰ ਮਨੂਰ ਕਹਿੰਦੇ ਨੇ। ਉਹ ਮਨੂਰ ਕਿਸੇ ਕੰਮ ਦਾ ਨਹੀਂ, ਪਰ ਇੱਕ ਮਨੌਤ ਹੈ ਕਿ ਜੇ ਉਸ ਮਨੂਰ ਨੂੰ ਪਾਰਸ ਦੇ ਨਾਲ ਲਾ ਦਈਏ ਤੇ ਉਹ ਸੋਨਾ ਬਣ ਜਾਂਦਾ। ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਕੀ ਸਰਣੀ, ਸਤਿਗੁਰ ਕੀ ਜੇ ਸਰਣੀ ਆਵੇ, ਐਸਾ ਬੰਦਾ
ਜੋ ਧਰਮ ਸ਼ਾਸਤਰ ਪੜ੍ਹਦਾ ਹੈ, ਜਿਨੇ ਬਾਹਰੋਂ ਧਾਰਮਿਕ ਵਸਤਰ ਪਾਏ ਨੇ, ਤੀਰਥਾਂ ਤੇ ਨਹਾਉਂਦਾ ਹੈ, ਬੋਲੀ ਧਾਰਮਿਕ ਬੋਲਦਾ ਹੈ, ਪਰ ਸੋਚ ਮਾੜੀ ਹੈ, ਕਰਮ ਮਾੜੇ ਨੇ, ਜੇ ਐਸਾ ਬੰਦਾ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਜੇ ਧਾਰਨੀ ਹੋ ਜਾਏ, ਫਿਰ ਮਨੂਰੋਂ ਕੰਚਨ ਹੁਆ, ਤਾਂ ਐਸਾ ਮਨੂਰ ਹੋਇਆ ਇਨਸਾਨ ਵੀ ਸੋਨਾ ਬਣ ਸਕਦਾ ਹੈ। ਪੋਸੀਬਿਲਿਟੀ ਹੈ, ਸੰਭਾਵਨਾ ਹੈ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿ ਜੇ ਜ਼ਿੰਦਗੀ ਦੇ ਵਿੱਚ ਕਿਤੇ ਐਸੀ ਜ਼ਿੰਦਗੀ ਜੀ ਬੈਠੇ ਹਾਂ ਜਾਂ ਕੋਈ ਜੀ ਰਿਹਾ ਹੈ ਤਾਂ ਉਹਦੇ ਵਾਸਤੇ ਪ੍ਰਕਾਸ਼ ਦੀ ਕਿਰਨ ਹੈ, ਉਹਦਾ ਭਵਿੱਖ ਉਜਲਾ ਹੋ ਸਕਦਾ ਹੈ, ਉਹ ਸੋਨਾ ਹੋ ਸਕਦਾ ਹੈ ਜੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲੈ। ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ, ਔਗਣ ਕੱਟੇ ਕਰੇ ਸ਼ੁੱਧ ਦੇਹਾ। ਸਤਰ ਦਾ ਮਤਲਬ ਵੈਰੀ, ਸਮਾਨੇ ਦਾ ਮਤਲਬ ਬਰਾਬਰ, ਇੱਕੋ ਜਿਹਾ, ਸ਼ੁੱਧ ਦਾ ਮਤਲਬ ਪਵਿੱਤਰ। ਸਤਿਗੁਰ ਨਿਰਵੈਰ, ਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਗੁਰੂ ਦਾ ਕਿਸੇ ਨਾਲ ਕੋਈ ਭੇਦਭਾਵ ਨਹੀਂ। ਪੁੱਤਰ ਸਤਰ ਸਮਾਨੇ, ਗੁਰੂ ਨੂੰ ਪੁੱਤਰ ਵੀ ਔਰ ਵੈਰੀ ਵੀ ਇੱਕੋ ਬਰਾਬਰ ਨੇ। ਜਿਵੇਂ ਪੁੱਤਰਾਂ ਨਾਲ ਪਿਆਰ ਹੈ, ਵੈਰੀਆਂ ਨਾਲ ਵੀ ਉਵੇਂ ਪਿਆਰ ਹੈ। ਗੁਰੂ ਦਾ ਕਿਸੇ ਨਾਲ ਕੋਈ ਜਿਹੜਾ ਹੈ ਵੈਰ ਨਹੀਂ ਹੈ, ਵਿਤਕਰਾ ਨਹੀਂ ਹੈ। ਔਗਣ ਕੱਟੇ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜੋ ਵੀ ਆ ਜਾਂਦਾ ਉਹਦੇ ਔਗਣ ਦੂਰ ਕਰ ਦਿੰਦਾ ਹੈ। ਕਰੇ ਸ਼ੁੱਧ ਦੇਹਾ, ਉਹਦੇ ਸਰੀਰ ਨੂੰ, ਉਹਦੀ ਸੋਚ ਨੂੰ ਪਾਵਨ ਪਵਿੱਤਰ ਕਰ ਦਿੰਦਾ ਹੈ। ਜੇ ਪੁੱਤਰ ਗੁਰੂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਦੇ ਦੱਸੇ ਰਾਹ ਤੇ ਚੱਲੇ, ਤਾਂ ਉਸ ਪੁੱਤਰ ਦੇ ਔਗਣ ਕੱਟੇ ਜਾਂਦੇ ਨੇ। ਤੇ ਜੇ ਗੁਰੂ ਨਾਲ ਵੈਰ ਕਰਨ ਵਾਲਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਆ ਕੇ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜਾਏ, ਤੇ ਵੈਰੀ ਦੇ ਵੀ ਔਗਣ ਕੱਟੇ ਜਾਂਦੇ ਨੇ, ਕਿਉਂਕਿ ਗੁਰੂ ਦਾ ਵਿਤਕਰਾ ਥੋੜਾ ਹੈ। ਗੁਰੂ ਤਾਂ ਗਿਆਨ ਦਾ ਸਾਗਰ ਹੈ, ਤੇ ਜੋ ਵੀ ਇਸ ਗਿਆਨ ਨੂੰ ਅਪਣਾਏਗਾ ਉਹਦੇ ਹਿਰਦੇ ਚ ਔਗਣ ਕੱਟੇ ਜਾਣਗੇ। ਦੀਵੇ ਦਾ ਕਿਸੇ ਨਾਲ ਵੈਰ ਥੋੜਾ ਹੁੰਦਾ, ਜਿਹੜਾ ਵੀ ਦੀਵਾ ਜਗਾਏਗਾ ਉਹਦੇ ਘਰ ਚਾਨਣਾ ਹੋ ਜਾਣਾ ਹੈ। ਬਾਣੀ ਦਾ ਕਿਸੇ ਨਾਲ ਵੈਰ ਥੋੜਾ ਹੈ, ਭੇਦਭਾਵ ਥੋੜਾ ਹੈ। ਜੋ ਵੀ ਬਾਣੀ ਨੂੰ ਹਿਰਦੇ ਵਿੱਚ ਵਸਾਏਗਾ ਉਹਦਾ ਹਿਰਦਾ ਪਵਿੱਤਰ ਹੋ ਜਾਏਗਾ। ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ, ਤਿਸ ਸਤਿਗੁਰ ਨਾਲ ਸਨੇਹਾ। ਹੈ ਨਾਨਕ, ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖੇ ਨੇ ਉਹਦਾ ਗੁਰੂ ਦੇ ਨਾਲ ਪਿਆਰ ਬਣਦਾ ਹੈ। ਹੁਣ ਦੇਖੋ, ਜੇ ਤੇ ਇਹਦਾ ਮੀਨਿੰਗ ਸਿਰਫ ਇਹ ਹੀ ਕੱਢੀਏ ਕਿ ਰੱਬ ਨੇ ਲੇਖ ਲਿਖ ਕੇ ਘੱਲੇ ਨੇ, ਉਹਦਾ ਗੁਰੂ ਨਾਲ ਪਿਆਰ ਬਣਦਾ ਹੈ, ਫਿਰ ਤਾਂ ਜੇ ਗੁਰੂ ਨਾਲ ਸਾਡਾ ਪਿਆਰ ਨਹੀਂ ਬਣਿਆ ਤਾਂ ਸਾਡਾ ਕੋਈ ਦੋਸ਼ ਹੈ ਹੀ ਨਹੀਂ, ਫਿਰ ਤਾਂ ਅਸੀਂ ਨਿਰਦੋਸ਼ ਹਾਂ। ਫਿਰ ਤਾਂ ਸਾਨੂੰ ਮਨਮਤੀ ਜ਼ਿੰਦਗੀ ਜੀਣੀ ਚਾਹੀਦੀ ਬੜੀ ਖੁਸ਼ੀ ਨਾਲ, ਸਾਡਾ ਕੋਈ ਦੋਸ਼ ਨਹੀਂ ਹੈ। ਰੱਬ ਦਾ ਦੋਸ਼ ਹੈ, ਉਹਨੇ ਲੇਖ ਹੀ ਨਹੀਂ ਲਿਖੇ। ਫਿਰ ਤੇ ਰੱਬ ਨੇ ਲੇਖ ਨਹੀਂ ਲਿਖੇ, ਸਾਡਾ ਪਿਆਰ ਨਹੀਂ ਬਣਿਆ, ਫਿਰ ਤਾਂ ਦੋਸ਼ੀ ਕੌਣ ਹੋਇਆ? ਰੱਬ ਨਾ। ਪਰ ਰੱਬ ਤਾਂ ਦੋਸ਼ੀ ਨਹੀਂ ਹੈ। ਰੱਬ ਤਾਂ ਸਾਰਿਆਂ ਵਾਸਤੇ ਇੱਕੋ ਜਿਹਾ ਵਿਹਾਰ ਹੈ। ਉਹ ਤਾਂ ਹੈ ਹੀ ਦਿਆਲੂ, ਕਿਰਪਾਲੂ, ਰਹਿਮਤ। ਅਸੀਂ ਕਹਿੰਦੇ ਹਾਂ ਦਇਆ ਦਾ ਸਾਗਰ। ਰੱਬ ਤੇ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ। ਰੱਬ ਕੋਈ ਅਤਿਆਚਾਰੀ ਥੋੜਾ। ਤਾਂ ਧੁਰ ਤੋਂ ਹੀ ਇਹ ਚੀਜ਼ ਚੱਲੀ ਆ ਰਹੀ ਹੈ ਕਿ ਜੋ ਤੁਸੀਂ ਸੋਚੋਗੇ, ਬੋਲੋਗੇ, ਉਹ ਤੁਹਾਡੇ ਅੰਦਰ ਸੰਸਕਾਰ ਪੈਦਾ ਹੋ ਜਾਣਗੇ। ਹੁਣ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹੇ ਲੇਖ ਲਿਖਣਾ ਚਾਹਦੇ ਹੋ, ਇਹ ਤੁਹਾਡੇ ਤੇ ਡਿਪੈਂਡ ਕਰੇਗਾ, ਮੇਰੇ ਤੇ ਡਿਪੈਂਡ ਕਰੇਗਾ ਕਿ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਚਾਹੁੰਦਾ ਹਾਂ ਕਿ ਨਹੀਂ। ਇਹ ਹਾਂ ਜਾਂ ਨਾ ਮੈਂ ਆਪ ਆਪਣੇ ਮਸਤਕ ਵਿੱਚ ਲਿਖਣੀ ਹੈ। ਗੁਰੂ ਨੇ ਮੈਨੂੰ ਇਹ ਨਹੀਂ ਕਹਿਣਾ ਕਿ ਤੂੰ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀ ਸਕਦਾ। ਗੁਰੂ ਜੀ ਤਾਂ ਸਾਰਿਆਂ ਦੇ ਔਗਣ ਕੱਟਦੇ ਨੇ। ਹੁਣ ਇਹ ਮੈਂ ਮਤਲਬ ਵੇਖਣਾ ਹੈ ਕਿ ਗੁਰੂ ਦੇ ਚਰਨਾਂ ਦੀ ਸ਼ਰਨ 'ਚ ਮੈਂ ਜਾਣਾ ਹੈ ਕਿ ਨਹੀਂ। ਗੁਰੂ ਜੀ ਤਾਂ ਕਹਿ ਰਹੇ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜਾ ਮਰਜੀ ਆ ਜਾਏ, ਗੁਰੂ ਤੇ ਉਹਨੂੰ ਸੀਨੇ ਨਾਲ ਲਾ ਲੈਂਦਾ। ਇਹ ਫੈਸਲਾ ਮੈਂ ਕਰਨਾ ਹੈ ਕਿ ਮੈਂ ਗੁਰੂ ਦੇ ਚਰਨੀ ਲੱਗਣਾ ਹੈ ਕਿ ਨਹੀਂ ਲੱਗਣਾ। ਗੁਰੂ ਨੇ ਮੈਨੂੰ ਇਨਕਾਰ ਨਹੀਂ ਕਰਨਾ। ਗੁਰੂ ਨੇ ਗਿਆਨ ਦੀ ਦਾਤ ਦੇਣੀ ਹੈ, ਗੁਰੂ ਬਖਸ਼ਿਸ਼ਾਂ ਦਾ ਦਾਤਾ ਹੈ। ਇਸ ਲਈ ਜਿਸ ਨੇ ਆਪਣੇ ਅੰਦਰ ਐਸੇ ਸੰਸਕਾਰ ਪੈਦਾ ਕੀਤੇ ਨੇ, ਉਹਦਾ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਉਹ ਗੁਰੂ ਦੇ ਨਾਲ ਮਿਲ ਪੈਂਦਾ ਹੈ ਜਿਸ ਦੇ ਅੰਦਰ ਸ਼ੁਭ ਸੰਸਕਾਰ ਨੇ, ਜਿਨੇ ਆਪਣੇ ਅੰਦਰ ਐਸੇ ਸੰਸਕਾਰ ਪੈਦਾ ਕੀਤੇ ਨੇ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਵਸੇਹਾ ਦਾ ਮਤਲਬ ਵਸਦਾ ਹੈ। ਅੰਮ੍ਰਿਤ ਬਾਣੀ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੀ। ਗੁਰੂ ਦੀ ਪਾਵਨ ਬਾਣੀ ਆਤਮਿਕ ਜੀਵਨ ਦੇਣ ਵਾਲੀ ਹੈ, ਅੰਦਰ ਇਨਸਾਨੀਅਤ ਪੈਦਾ ਕਰਨ ਵਾਲੀ ਹੈ, ਅੰਦਰੋਂ ਹੈਵਾਨੀਅਤ ਨੂੰ ਖਤਮ ਕਰਨ ਵਾਲੀ ਹੈ। ਹੁਣ ਜੋ ਗੁਰੂ ਦੀ ਪਾਵਨ ਬਾਣੀ ਮੁਤਾਬਕ ਮਨ, ਵਚਨ, ਕਰਮ ਕਰਕੇ ਚੱਲੇਗਾ, ਉਹਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏਗੀ। ਗੁਰੂ ਪੂਰੇ ਦੀ ਬਾਣੀ ਆਤਮਿਕ ਜੀਵਨ ਦੇਣ ਵਾਲੀ, ਰੱਬ ਵਰਗਾ ਬਣਾਉਣ ਵਾਲੀ।
ਇਨਸਾਨੀਅਤ ਪੈਦਾ ਕਰਨ ਵਾਲੀ, ਜ਼ਮੀਰ ਜ਼ਿੰਦਾ ਕਰਨ ਵਾਲੀ, ਆਤਮਿਕ ਜੀਵਨ ਦੇਣ ਵਾਲੀ, ਆਤਮਿਕ ਆਨੰਦ ਦੇਣ ਵਾਲੀ, ਆਤਮਿਕ ਖੁਸ਼ੀਆਂ ਦੇਣ ਵਾਲੀ, ਰੱਬ ਵਰਗਾ ਬਣਾਉਣ ਵਾਲੀ ਗੁਰੂ ਦੀ ਅੰਮ੍ਰਿਤਮਈ ਬਾਣੀ। ਜਿਸ ਕਿਰਪਾਲ ਹੋਏ, ਜਿਹਦੇ ਤੇ ਗੁਰੂ ਰਹਿਮਤ ਹੁੰਦਾ, ਕਿਰਪਾ ਕਰਦਾ ਹੈ, ਤਿਸ ਹਿਰਦੈ ਵਸੇਹਾ, ਉਹਦੇ ਹਿਰਦੇ ਦੇ ਅੰਦਰ ਇਹ ਪਾਵਨ ਬਾਣੀ ਵਸ ਜਾਂਦੀ ਹੈ, ਜਿਹਦੇ ਤੇ ਰਹਿਮਤ ਕਰਦਾ ਹੈ। ਤੇ ਹੁਣ ਗੁਰੂ ਰਹਿਮਤ ਕਿਹਦੇ ਤੇ ਕਰੇਗਾ? ਜਿਹੜਾ ਰਹਿਮਤ ਮੰਗੇਗਾ, ਜਿਹੜਾ ਕਿਰਪਾ ਮੰਗੇਗਾ, ਜਿਹੜਾ ਸ਼ਰਨ ਦੇ ਅੰਦਰ ਜਾਏਗਾ। ਬਰਸਾਤ ਤਾਂ ਬਾਹਰ ਹੋ ਰਹੀ ਹੈ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਨੇ ਹੱਥ ਇੰਜ ਕੀਤਾ ਹੋਇਆ ਹੈ, ਇੱਕ ਨੇ ਹੱਥ ਇੰਜ ਕੀਤਾ ਹੋਇਆ। ਤਾਂ ਜਿਸ ਨੇ ਤਲੀ ਉੱਤੇ ਨੂੰ ਕੀਤੀ ਹੈ, ਉਹਦੀ ਤਲੀ ਤੇ ਉਹਦੀ ਬੁੱਕ ਵਿੱਚ ਹੀ ਬੂੰਦ ਪੈ ਗਈ ਨਾ, ਤੇ ਜਿਸ ਨੇ ਹੱਥ ਪੁੱਠਾ ਕਰ ਲਿਆ ਹੈ, ਉਹਦੇ ਤੇ ਤਾਂ ਬੂੰਦ ਨਹੀਂ ਪੈ ਗਈ। ਬਰਸਾਤ ਹੋ ਰਹੀ ਹੈ, ਬਾਹਰ ਦੋ ਬਰਤਨ ਪਏ ਨੇ, ਇੱਕ ਸਿੱਧਾ, ਇੱਕ ਮੂਧਾ। ਕਿਹੜਾ ਬਰਤਨ ਭਰੇਗਾ ਪਾਣੀ ਦੇ ਨਾਲ? ਸਿੱਧਾ ਨਾ। ਹੁਣ ਜੇ ਮੂਧਾ ਬਰਤਨ ਕਵੇ ਕਿ ਬਰਸਾਤ ਨੇ ਵਿਤਕਰਾ ਕੀਤਾ ਹੈ, ਮੇਰੇ ਵਿੱਚ ਤਾਂ ਇੱਕ ਵੀ ਬੂੰਦ ਨਹੀਂ ਪਾਈ, ਤੇ ਉਹਦਾ ਬਰਤਨ ਭਰ ਦਿੱਤਾ ਹੈ। ਗੁਆਂਢੀ ਕਹਿਣ ਵੀ ਇੱਕ ਦਾ, ਸਾਡੇ ਗੁਆਂਢੀਆਂ ਦਾ ਤੇ ਟੱਬ ਬਰਸਾਤ ਨੇ ਭਰ ਦਿੱਤਾ ਹੈ, ਤੇ ਸਾਡੇ ਟੱਬ ਦੇ ਵਿੱਚ ਤੇ ਬੱਦਲ ਨੇ ਇੱਕ ਵੀ ਬੂੰਦ ਨਹੀਂ ਪਾਈ। ਬੱਦਲ ਤਾਂ ਬੜੇ ਵਿਤਕਰੇ ਕਰਦਾ ਹੈ, ਰੱਬ ਤਾਂ ਬੜੇ ਵਿਤਕਰੇ ਕਰਦਾ ਹੈ। ਰੱਬ ਨੇ ਥੋੜਾ ਵਿਤਕਰਾ, ਬੱਦਲ ਨੇ ਥੋੜਾ ਵਿਤਕਰਾ, ਬਰਸਾਤ ਨੇ ਥੋੜਾ ਵਿਤਕਰਾ ਕੀਤਾ, ਉਹਦਾ ਟੱਬ ਮੂਧਾ ਪਿਆ ਸੀ ਨਾ। ਇਹ ਤੇ ਕੁਦਰਤ ਦਾ ਨਿਯਮ ਹੈ ਕਿ ਬੂੰਦ ਉਹਦੇ ਵਿੱਚ ਹੀ ਪੈ ਗਈ, ਜਿਹੜਾ ਟੱਬ ਸਿੱਧਾ ਹੋਏਗਾ ਉਹ ਹੀ ਭਰੇਗਾ ਨਾ। ਗੁਰੂ ਤਾਂ ਰਹਿਮਤ ਸਾਰਿਆਂ ਤੇ ਕਰਦਾ ਹੈ, ਗੁਰੂ ਤਾਂ ਹੈ ਹੀ ਕਿਰਪਾਲੂ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਤੇ ਗੁਰੂ ਦੀ ਕਿਰਪਾ ਤੇ ਉਹਦੇ ਤੇ ਬਰਸੇਗੀ ਨਾ ਜਿਹਨੇ ਬੁੱਕ ਕੀਤੀ ਹੈ। ਜੋ ਚਾਹੁੰਦਾ ਹੈ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ, ਜੋ ਗੁਰੂ ਦੀ ਸ਼ਰਨ ਵਿੱਚ ਜਾਏਗਾ, ਉਹਦੇ ਹਿਰਦੇ ਦੇ ਅੰਦਰ ਗੁਰੂ ਦੀ ਬਾਣੀ ਵਸ ਜਾਏਗੀ, ਔਰ ਜਿਸ ਦੇ ਹਿਰਦੇ ਵਿੱਚ ਜਿਹਦੀ ਸੋਚ ਅੰਦਰ ਬਾਣੀ ਵਸ ਗਈ, ਉਹਨੂੰ ਆਤਮਿਕ ਜੀਵਨ ਮਿਲ ਜਾਏਗਾ। ਆਵਣ ਜਾਣਾ ਤਿਸਕਾ ਕੱਟੀ ਹੈ, ਸਦਾ ਸਦਾ ਸੁਖ ਹੋਹਾ। ਆਣਾ ਜਾਣਾ, ਆਵਣ ਜਾਣਾ ਦਾ ਮਤਲਬ ਆਉਣਾ ਜਾਣਾ, ਭਟਕਣਾ, ਕਦੇ ਆ ਗਿਆ, ਕਦੇ ਚਲਾ ਗਿਆ, ਕਦੇ ਇੱਧਰ ਕਦੇ ਉਧਰ ਭਟਕ ਰਿਹਾ ਹੈ। ਜੋ ਆਵਣ ਜਾਣ ਦਾ ਮਤਲਬ ਭਟਕਣਾ, ਮਨ ਦਾ ਦੌੜਨਾ, ਮਨ ਦਾ ਵਿਸ਼ੇ ਵਿਕਾਰਾਂ ਵੱਲ ਦੌੜਨਾ, ਜ਼ਿੰਦਗੀ ਦੀ ਭਟਕਣਾ, ਉਹਦਾ ਆਉਣਾ ਜਾਣਾ ਕੱਟਿਆ ਜਾਂਦਾ ਹੈ, ਉਹਦੀ ਭਟਕਣਾ ਮੁੱਕ ਜਾਂਦੀ ਹੈ। ਸਦਾ ਸਦਾ ਸੁਖ ਹੋਹਾ, ਉਹਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਸੁਖ ਹੋ ਜਾਂਦਾ ਹੈ, ਉਹਦਾ ਮਨ ਹਮੇਸ਼ਾ ਵਾਸਤੇ ਟਿਕ ਜਾਂਦਾ ਹੈ, ਉਹਦਾ ਮਨ ਫਿਰ ਭਟਕਦਾ ਨਹੀਂ ਹੈ, ਉਹਦਾ ਮਨ ਸੱਚ ਦੇ ਵਿੱਚ ਟਿਕ ਜਾਂਦਾ ਹੈ, ਸੱਚ ਤੋਂ ਇੱਕ ਪਲ ਵੀ ਦੂਰ ਨਹੀਂ ਜਾਂਦਾ, ਗੁਰੂ ਸਰੋਵਰ ਤੋਂ ਇੱਕ ਪਲ ਵੀ ਹੰਸ ਦੂਰ ਨਹੀਂ ਜਾਂਦਾ। ਫਿਰ ਉਹਦਾ ਮਨ ਭਟਕਦਾ ਨਹੀਂ ਹੈ, ਵਿਕਾਰਾਂ ਵਿੱਚ ਨਹੀਂ ਦੌੜਦਾ, ਉਹਦੇ ਅੰਦਰ ਓਵਰ ਥਿੰਕਿੰਗ ਨਹੀਂ ਹੈ, ਉਹਦੇ ਅੰਦਰ ਨੈਗੇਟਿਵਿਟੀ ਨਹੀਂ ਹੈ, ਉਹਦੇ ਅੰਦਰ ਭਟਕਣਾ ਨਹੀਂ ਹੈ। ਉਹ ਐਨ, ਉਹਦਾ ਮਨ ਸੱਚ ਦੇ ਨਾਲ, ਪ੍ਰੇਮ ਦੇ ਨਾਲ ਜੁੜ ਜਾਂਦਾ ਹੈ, ਉਹਦਾ ਮਨ ਭਟਕਦਾ ਨਹੀਂ। ਪੌੜੀ, ਜੋ ਤੁਧ ਭਾਣਾ ਜੰਤ ਸੋ ਤੁਧ ਬੁਝਈ। ਜੋ ਤੁਧ ਭਾਣਾ ਜੰਤ ਦਾ ਮਤਲਬ ਜੋ ਤੇਰੇ ਭਾਣੇ ਵਿੱਚ ਤੁਰਦਾ ਹੈ, ਜੋ ਤੈਨੂੰ ਪਿਆਰਾ ਲੱਗਦਾ ਹੈ। ਤੇ ਪ੍ਰਭੂ ਨੂੰ ਪਿਆਰਾ ਉਹ ਲੱਗਦਾ ਹੈ ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜਿਹੜਾ ਰੱਬ ਦੇ ਨਾਲ ਪਿਆਰ ਕਰਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ। ਸੋ ਤੁਧ ਬੁਝਈ, ਉਹ ਤੈਨੂੰ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ, ਮਤਲਬ ਤੇਰੇ ਨਾਲ ਸਾਂਝ ਪਾ ਲੈਂਦਾ। ਜੋ ਤੈਨੂੰ ਪਿਆਰਾ ਲੱਗਦਾ ਹੈ, ਯਾਨੀ ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ, ਉਹ ਰੱਬ ਦੇ ਨਾਲ ਸਾਂਝ ਪਾ ਲੈਂਦਾ ਹੈ, ਉਹਦੀ ਰੱਬ ਦੇ ਨਾਲ ਸਾਂਝ ਬਣ ਜਾਂਦੀ। ਸਾਂਝ ਕਿਵੇਂ ਬਣਦੀ ਹੈ? ਰੱਬੀ ਰਜ਼ਾ ਵਿੱਚ ਤੁਰਨ ਵਾਲੇ ਦੀ ਸਾਂਝ ਕਿਹੜੀ ਚੀਜ਼ ਨਾਲ ਬਣੇਗੀ? ਸੱਚਾਈ, ਨਿਰਭੈਤਾ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ, ਉਹਦੀ ਰੱਬ ਨਾਲ ਸਾਂਝ ਬਣ ਜਾਏਗੀ। ਉਹ ਇਸ ਕੁਦਰਤ ਨੂੰ ਪਿਆਰ ਕਰੇਗਾ, ਮਨੁੱਖ ਮਾਤਰ ਨੂੰ ਪਿਆਰ ਕਰੇਗਾ, ਪਸ਼ੂ ਪੰਛੀਆਂ ਨਾਲ ਉਸ ਦੀ ਪ੍ਰੀਤ ਹੋਏਗੀ। ਉਹ ਇੱਕ ਪਿਆਰ ਦਾ ਮੁਜੱਸਮਾ ਹੋਏਗਾ, ਉਹ ਇੱਕ ਇਨਸਾਨੀਅਤ ਦਾ ਮੁਜੱਸਮਾ ਹੋਏਗਾ, ਔਰ ਉਹ ਰੱਬ ਨੂੰ ਚਾਰ ਚੁਫੇਰੇ ਵਸਦਾ ਹੋਇਆ ਵੇਖ ਲਏਗਾ। ਉਹ ਬੁੱਝ ਲਏਗਾ ਕਿ ਚਾਰ ਚੁਫੇਰੇ ਫੈਲਿਆ ਹੋਇਆ ਹੈ। ਉਹਨੂੰ ਫਿਰ ਇਹ ਰੁੱਖ ਦਰਖਤ ਗਾਉਂਦੇ ਹੋਏ, ਨੱਚਦੇ ਹੋਏ ਪ੍ਰਤੀਤ ਹੋਣਗੇ। ਉਹਨੂੰ ਹਵਾ ਦੇ ਵਿੱਚੋਂ ਜ਼ਿੰਦਗੀ ਦਾ ਸੰਗੀਤ ਸੁਣਾਈ ਦੇਵੇਗਾ। ਉਹ ਪਾਣੀ ਦੀਆਂ ਉਥਲੀਆਂ ਲਹਿਰਾਂ ਦੇ ਵਿੱਚੋਂ ਆਨੰਦ ਮਾਣੇਗਾ। ਉਹ ਇਨਸਾਨਾਂ ਨੂੰ ਤੁਰਦਿਆਂ ਫਿਰਦਿਆਂ ਵੇਖ ਕੇ ਖੀਵਾ ਹੋਵੇਗਾ। ਉਹ ਕੱਲੀ ਤੋਂ ਕੱਲੀ, ਨਿੱਕੀ ਤੋਂ ਨਿੱਕੀ ਚੀਜ਼ ਨੂੰ ਵੇਖ ਕੇ ਵੀ ਵਿਸਮਾਦ ਵਿੱਚ ਜਾਏਗਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਉਹਨੂੰ ਹਰ ਚੀਜ਼ ਹੈਰਾਨ ਕਰ ਦੇਣ ਵਾਲੀ ਲੱਗੇਗੀ। ਉਹ ਇੱਕ ਨਿੱਕੇ ਜਿਹੇ ਫੁੱਲ ਦੇ ਅੰਦਰ ਵੀ ਰੱਬ ਰੂਪ ਬੈਠੇ ਕਲਾਕਾਰ ਨੂੰ ਦੇਖੇਗਾ। ਉਹਦੀ ਸਾਂਝ ਬਣ ਜਾਏਗੀ ਜੋ ਰੱਬੀ ਰਜ਼ਾ ਵਿੱਚ ਤੁਰੇਗਾ।
ਜੋ ਤੁਧ ਭਾਣਾ ਜੰਤ ਸੁਦਰਗਹ ਸਿਝਈ। ਸਿਝਈ ਦਾ ਮਤਲਬ ਕਾਮਯਾਬ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ, ਯਾਨੀ ਪਹੁੰਚ ਜਾਂਦਾ ਹੈ। ਉਹ ਜੀਵਨ ਸਫਰ ਵਿੱਚ ਕਾਮਯਾਬ ਹੋ ਕੇ ਤੇਰੀ ਹਜ਼ੂਰੀ ਵਿੱਚ ਪਹੁੰਚ ਜਾਂਦਾ ਹੈ। ਜੋ ਤੁਧ ਭਾਣਾ ਜੰਤ, ਜਿਹੜਾ ਜੀਵ ਤੈਨੂੰ ਪਿਆਰਾ ਲੱਗਦਾ ਹੈ, ਮਤਲਬ ਕਿ ਜਿਹੜਾ ਜੀਵ ਤੇਰੀ ਰਜ਼ਾ ਦੇ ਅੰਦਰ ਚੱਲਦਾ ਹੈ, ਉਹ ਤੇਰੀ ਹਜ਼ੂਰੀ ਵਿੱਚ ਪਹੁੰਚ ਜਾਂਦਾ ਹੈ। ਯਾਨੀ ਰੱਬ ਵਰਗਾ ਹੀ ਉਹ ਹੋ ਜਾਂਦਾ ਹੈ ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ, ਭਾਣੇ ਵਿੱਚ ਤੁਰਦਾ ਹੈ, ਜੋ ਸਿਸਟਮ ਨੂੰ ਸਮਝਦਾ ਹੈ। ਜਿਸ ਨੂੰ ਤੇਰੀ ਨਦਰ ਹਉਮੈ ਤਿਸ ਗਈ, ਜਿਸ ਤੇ ਤੇਰੀ ਰਹਿਮਤ ਹੋਵੇ, ਉਹਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ। ਹਉਮੈ ਦਾ ਮਤਲਬ ਖੁਦਗਰਜੀ। ਹਉਮੈ ਦਾ ਮਤਲਬ ਇੱਥੇ ਹੈ ਖੁਦਗਰਜੀ। ਉਹਦੇ ਅੰਦਰ ਖੁਦਗਰਜੀ ਨਹੀਂ ਹੈ। ਉਹ ਮੈਂ ਨਹੀਂ ਕਰਦਾ, ਉਹ ਦੂਜਿਆਂ ਨੂੰ ਨੀਵਾਂ ਤੇ ਆਪ ਉੱਚਾ ਨਹੀਂ ਹੁੰਦਾ। ਉਹਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਨਹੀਂ ਰਹਿੰਦਾ। ਉਹਦੀ ਫਿਰ ਰੱਬ ਦੇ ਨਾਲੋਂ ਵੱਖਰੀ ਸੋਚ ਨਹੀਂ ਰਹਿੰਦੀ, ਉਹਦੀ ਆਪਣੀ ਈਗੋ ਨਹੀਂ ਰਹਿੰਦੀ, ਉਹਦੀ ਆਪਣੀ ਕੋਈ ਮਰਜ਼ੀ ਨਹੀਂ ਹੈ। ਉਹ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ, ਜਿਸ ਤੇ ਰੱਬ ਦੀ ਰਹਿਮਤ ਹੈ। ਯਾਨੀ ਸਾਡੇ ਤੇ ਰੱਬ ਦੀ ਰਹਿਮਤ ਹੋਈ ਹੈ ਕਿ ਨਹੀਂ, ਇਹਦਾ ਪੈਮਾਨਾ ਸਾਨੂੰ ਦੇ ਰਹੇ ਨੇ। ਇਹਦਾ ਪੈਮਾਨਾ ਇਹ ਹੈ ਕਿ ਹੁਣ ਵੇਖੋ ਕਿ ਹਉਮੈ ਚਲੀ ਗਈ ਹੈ ਕਿ ਨਹੀਂ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ ਕਿ ਨਹੀਂ। ਜੇ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਹਾਂ, ਗੁਰੂ ਦੀ ਗੱਲ ਮੰਨ ਲਈ, ਤਾਂ ਫਿਰ ਤਾਂ ਸਾਡੇ ਵਿੱਚ ਹਉਮੈ ਨਹੀਂ ਹੈ। ਅਸੀਂ ਆਮ ਸਮਾਜ ਵਿੱਚ ਕਹਿੰਦੇ ਆ ਨਾ ਕਿ ਫਲਾਂ ਬੰਦਾ ਯਾਰ ਨਾਰਾਜ਼ ਹੈ ਤੇ ਉਹਨੂੰ ਜਰਾ ਲੈ ਆਈਏ ਵਿਆਹ 'ਚ ਮਨਾ ਕੇ, ਫੁੱਫੜ ਨਾਰਾਜ਼ ਹੈ। ਤੇ ਆਮ ਵਿੱਚੋਂ ਕਹਿ ਦਿੰਦੇ ਨੇ ਉਹਨੇ ਨਹੀਂ ਮੰਨਣਾ, ਬੜਾ ਹੰਕਾਰੀ, ਉਹਨੇ ਕੋ ਮੰਨਣਾ। ਕਹਿੰਦੇ ਉਹ ਤੇ ਚੱਲ ਪੈਂਦੇ ਆ ਪਰ ਉਹਨੇ ਮੰਨਣਾ ਨਹੀਂ, ਬੜਾ ਹੰਕਾਰੀ ਹੈ। ਹੰਕਾਰੀ ਅਸੀਂ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਦੀ ਗੱਲ ਨਾ ਮੰਨੇ। ਚੰਗੀ ਸਿਆਣੀ ਗੱਲ ਨੂੰ ਵੀ ਜਿਹੜਾ ਨਾ ਮੰਨੇ ਉਹਨੂੰ ਹੰਕਾਰੀ ਕਹੀਦਾ। ਜਿਹੜੀਆਂ ਗਲਤ ਗੱਲਾਂ ਨੇ ਉਹ ਤੇ ਮੰਨਣੀਆਂ ਹੀ ਨਹੀਂ ਚਾਹੀਦੀਆਂ, ਪਰ ਜਿਹੜਾ ਚੰਗੀ ਸਿਆਣੀ ਗੱਲ ਨੂੰ ਵੀ ਨਾ ਮੰਨੇ ਉਹਨੂੰ ਹੰਕਾਰੀ ਕਿਹਾ। ਹੁਣ ਗੁਰੂ ਦੀਆਂ ਗੱਲਾਂ ਤਾਂ ਸਾਰੀਆਂ ਮਹਾਨ ਨੇ, ਸਿਆਣੀਆਂ ਨੇ, ਵੱਡੀਆਂ ਨੇ, ਸਫਲ ਕਰਨ ਵਾਲੀਆਂ ਨੇ, ਰੱਬ ਵਿੱਚ ਮਿਲਾਉਣ ਵਾਲੀਆਂ ਨੇ, ਯੂਨੀਵਰਸਲ ਟਰੁੱਥ ਨੇ। ਤੇ ਜਿਹੜਾ ਗੁਰੂ ਦੀ ਗੱਲ ਨੂੰ ਹੀ ਨਾ ਮੰਨੇ, ਉਸ ਤੋਂ ਵੱਡਾ ਹੰਕਾਰੀ ਕੌਣ ਹੋ ਸਕਦਾ ਹੈ। ਗੁਰੂ ਜੀ ਸਾਨੂੰ ਕਹਿਣ ਜਾਣੋ ਜੋਤ ਨਾ ਪੁੱਛੋ ਜਾਤੀ, ਕਿ ਤੁਸੀਂ ਇਨਸਾਨਾਂ ਵਿੱਚ ਰੱਬੀ ਜੋਤ ਨੂੰ ਵੇਖੋ, ਜਾਤ ਨਾ ਪੁੱਛੋ। ਤੇ ਅਸੀਂ ਸਭ ਤੋਂ ਪਹਿਲਾਂ ਪੁੱਛਦੀ ਹਾਂ ਤੁਹਾਡੀ ਗੋਤ ਕੀ ਹੈ, ਤੁਹਾਡੀ ਜਾਤ ਕੀ ਹੈ। ਕੀ ਅਸੀਂ ਗੁਰੂ ਦੀ ਗੱਲ ਵੱਲ ਖਿਆਲ ਕੀਤਾ ਕਿ ਗੁਰੂ ਜੀ ਨੇ ਸਾਨੂੰ ਕਿਹਾ ਸੀ ਵੀ ਜੋਤ ਵੇਖਣੀ ਹੈ, ਜਾਤ ਨਹੀਂ। ਤਾਂ ਇਹਦਾ ਮਤਲਬ ਅਸੀਂ ਤੇ ਏਡੇ ਵੱਡੇ ਹੰਕਾਰੀ ਹਾਂ ਕਿ ਗੁਰੂ ਨੂੰ ਅਸੀਂ ਕੁਝ ਵੀ ਨਹੀਂ ਸਮਝਦੇ। ਇਹਦਾ ਮਤਲਬ ਈਗੋ ਟਿਕੀ ਹੋਈ ਹੈ। ਗੁਰੂ ਜੀ ਸਾਨੂੰ ਕਹਿ ਰਹੇ ਨੇ ਧੰਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੁਇ ਮੂਰਤੀ ਧੰਨ ਫਿਰ ਕਹੀਏ ਸੋਏ। ਕਿ ਪਤੀ ਪਤਨੀ ਅਸਲੀ ਉਹ ਹੁੰਦੇ ਨੇ ਜਿਨ੍ਹਾਂ ਦੀ ਸੋਚ ਇੱਕ ਹੋਵੇ, ਵੇਖਣ ਨੂੰ ਦੋ ਹੋਣ, ਐਵੇਂ ਦੇ ਪਤੀ ਪਤਨੀ ਬਣੋ। ਤੇ ਅਸੀਂ ਪਤੀ ਪਤਨੀ ਸਾਰਾ ਦਿਨ ਇੱਕ ਦੂਜੇ ਨਾਲ ਧੋਖਾ ਕਰੀਏ ਤੇ ਅਸੀਂ ਗੁਰੂ ਜੀ ਨੂੰ ਕੁਛ ਜਾਣਿਆ। ਗੁਰੂ ਜੀ ਸਾਨੂੰ ਕਹਿਣ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਤੇ ਅਸੀਂ ਸਾਰਾ ਦਿਨ ਝੂਠ ਦੀ ਐਸੀ ਤੈਸੀ ਫੇਰੀਏ, ਤੇ ਫਿਰ ਅਸੀਂ ਗੁਰੂ ਦੀ ਗੱਲ ਮੰਨੀ। ਗੁਰੂ ਜੀ ਕਹਿਣ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਪਰ ਸਾਡੇ ਅੰਦਰ ਇਹ ਗੁਣ ਹੋਣ ਹੀ ਨਾ, ਤਾਂ ਫਿਰ ਅਸੀਂ ਹੰਕਾਰੀ ਹੋਏ ਨਾ। ਤਾਂ ਅਸੀਂ ਐਵੇਂ ਪਰਖ ਸਕਦੇ ਹਾਂ, ਜਿਹਦੇ ਤੇ ਰੱਬ ਦੀ ਰਹਿਮਤ ਹੁੰਦੀ ਹੈ ਫਿਰ ਉਹਦੇ ਵਿੱਚ ਈਗੋ ਨਹੀਂ ਹੁੰਦੀ, ਉਹ ਰੱਬੀ ਰਜ਼ਾ ਵਿੱਚ ਤੁਰਦਾ ਹੈ, ਉਹ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦਾ ਹੈ। ਜਿਸ ਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ। ਕਲਮਲ ਦਾ ਮਤਲਬ ਪਾਪ, ਖਈ ਦਾ ਮਤਲਬ ਨਾਸ ਹੋ ਗਏ, ਸੰਤੁਸ਼ਟ ਦਾ ਮਤਲਬ ਪ੍ਰਸੰਨ। ਕਿ हे ਮਾਲਕ ਜਿਸ ਤੇ ਤੂੰ ਖੁਸ਼ ਹੈ ਉਹਦੇ ਸਾਰੇ ਪਾਪ ਚਲੇ ਜਾਂਦੇ ਨੇ। ਯਾਨੀ ਜਿਸ ਤੇ ਤੂੰ ਖੁਸ਼ ਹੈ ਤੇ ਰੱਬ ਕਿਹਦੇ ਤੇ ਖੁਸ਼ ਹੋਏਗਾ? ਰੱਬ ਉਹਦੇ ਤੇ ਖੁਸ਼ ਹੋਏਗਾ ਜਿਹਦੇ ਅੰਦਰ ਸ਼ੁਭ ਗੁਣ ਹੋਣਗੇ, ਤੇ ਜਿਸ ਦੇ ਅੰਦਰ ਸ਼ੁਭ ਗੁਣ ਹੋਣਗੇ ਉਹਦੀ ਜ਼ਿੰਦਗੀ ਵਿੱਚ ਪਾਪ ਹੋਵੇਗਾ ਹੀ ਨਹੀਂ। ਤਾਂ ਇਹ ਮਾਲਕ ਜੋ ਤੇਰੀ ਰਜ਼ਾ ਵਿੱਚ ਤੁਰਦਾ ਹੈ, ਜੋ ਤੇਰੀ ਪ੍ਰਸੰਨਤਾ ਹਾਸਲ ਕਰਦਾ ਹੈ, ਉਹਦੀ ਜ਼ਿੰਦਗੀ ਚੋਂ ਪਾਪ ਮੁੱਕ ਜਾਂਦੇ ਨੇ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਭਈ। ਭਈ ਦਾ ਮਤਲਬ ਹੋ ਜਾਂਦਾ ਹੈ, ਵੱਲ ਦਾ ਮਤਲਬ ਜਿਹਦੇ ਵੱਲ ਰੱਬ ਹੈ, ਜਿਹਨੂੰ ਰੱਬ ਦਾ ਸਹਾਰਾ ਹੈ। ਤੇ हे ਮਾਲਕ ਜਿਸ ਤੇ ਵੱਲ ਤੂੰ ਹੋਵੇਂ, ਜਿਸ ਦਾ ਸਹਾਰਾ ਤੂੰ ਹੋਵੇਂ, ਜਿਸ ਨੇ ਤੈਨੂੰ ਸਹਾਰਾ ਬਣਾਇਆ ਹੋਵੇ, ਉਹ ਬੰਦਾ ਸਹਿਮਾਂ ਤੋਂ ਮੁਕਤ ਹੋ ਜਾਂਦਾ ਹੈ, ਡਰਾਂ ਤੋਂ ਮੁਕਤ ਹੋ ਜਾਂਦਾ ਹੈ। ਉਹਦੀ ਜ਼ਿੰਦਗੀ ਵਿੱਚ ਕੋਈ ਡਰ ਨਹੀਂ ਹੁੰਦਾ, ਉਹ ਇਹੋ ਜਿਹੇ ਕੰਮ ਨਹੀਂ ਕਰਦਾ ਜਿਨ੍ਹਾਂ ਕੰਮਾਂ ਦੇ ਨਾਲ ਡਰ ਪੈਦਾ ਹੁੰਦੇ ਨੇ। ਜਿਸ ਨੂੰ ਤੂੰ ਕਿਰਪਾਲ ਸੱਚਾ ਸੋ ਥੀਈ। ਥੀਈ ਦਾ ਮਤਲਬ ਹੋ ਜਾਂਦਾ ਹੈ, ਸੱਚਾ ਦਾ ਮਤਲਬ ਅਡੋਲ ਚਿਤ। हे ਪ੍ਰਭੂ ਜਿਹਦੇ ਤੇ ਤੂੰ ਰਹਿਮਤ ਕਰਦਾ ਹੈ,
ਜੋ ਤੇਰੀ ਰਹਿਮਤ ਦਾ ਪਾਤਰ ਬਣਦਾ ਹੈ ਉਹ ਇਨਸਾਨ ਸੱਚਾ ਹੋ ਜਾਂਦਾ ਹੈ, ਉਹ ਅਡੋਲ ਹੋ ਜਾਂਦਾ ਹੈ, ਉਹਨੂੰ ਕੋਈ ਝੂਠ ਫਰੇਬ ਡੁਲਾ ਨਹੀਂ ਸਕਦਾ। ਜਿਸ ਨੂੰ ਤੇਰੀ ਮਾਇਆ ਨਾ ਪੋਹੈ ਅਗਨਈ, ਅਗਨਈ ਦਾ ਮਤਲਬ ਅਗਨ, ਵਿਕਾਰਾਂ ਦੀ ਅੱਗ, ਮਾਇਆ ਦਾ ਮਤਲਬ ਦਇਆ। ਜਿਸ ਤੇ ਤੇਰੀ ਦਇਆ ਹੈ, ਜੋ ਤੇਰੀ ਰਹਿਮਤ ਦਾ ਪਾਤਰ ਬਣ ਗਿਆ ਹੈ, ਉਹਨੂੰ ਵਿਕਾਰਾਂ ਦੀ ਅੱਗ ਨਹੀਂ ਪੁੰਦੀ, ਉਹਨੂੰ ਕਾਮ ਕ੍ਰੋਧ ਲੋਭ ਆਦਿਕ ਸਾੜਦੇ ਨਹੀਂ। ਇਸ ਨੂੰ ਸਦਾ ਦਇਆਲ। ਤੇ ਹੁਣ ਸਾਡੀ ਸਮੱਸਿਆ ਦਾ ਹੱਲ ਕਰ ਰਹੇ ਨੇ ਕਿ ਰੱਬ ਦਇਆਵਾਨ ਕਿਹਦੇ ਤੇ ਹੁੰਦਾ ਹੈ। ਵੈਸੇ ਗੱਲਾਂ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ। ਦੇਖੋ ਕਿੰਨਾ ਸਪਸ਼ਟ ਕਰ ਰਹੇ ਨੇ ਕਿ ਰੱਬ ਦੀ ਦਇਆ ਕਿਹਦੇ ਤੇ ਹੁੰਦੀ ਹੈ, ਰੱਬ ਦੀ ਦਇਆ ਕਿਵੇਂ ਪਾਈ ਜਾਂਦੀ ਹੈ। ਤਿਸ ਨੂੰ ਸਦਾ ਦਇਆਲ, ਕਿ ਉਸ ਬੰਦੇ ਦੇ ਉੱਤੇ ਤੂੰ ਸਦਾ ਦਇਆਵਾਨ ਹੈ ਜਿਨ ਗੁਰ ਤੇ ਮੱਤ ਲਈ, ਜਿਨ੍ਹਾਂ ਨੇ ਗੁਰੂ ਤੋਂ ਮੱਤ ਲਈ ਹੈ, ਜੋ ਗੁਰੂ ਦੀ ਮੱਤ ਦੇ ਧਾਰਨੀ ਨੇ। ਇਹਦਾ ਮਤਲਬ ਕਿ ਗੁਰੂ ਦੇ ਮੱਤ ਦੇ ਧਾਰਨੀ ਹੋ ਜਾਣਾ ਹੀ ਰੱਬ ਦੀ ਕਿਰਪਾ ਪਾ ਲੈਣਾ ਹੈ। ਤੇ ਗੁਰੂ ਦੀ ਮੱਤ ਜਿਹੜਾ ਵੀ ਧਾਰਨ ਕਰੇਗਾ ਉਹਦੇ ਤੇ ਰੱਬ ਦੀ ਦਇਆ ਹੋਏਗੀ। ਮਤਲਬ ਰੱਬ ਦੀ ਦਇਆ ਔਰ ਗੁਰੂ ਦੀ ਮੱਤ ਇੰਟਰ ਰਿਲੇਟਿਡ ਨੇ। ਰੱਬ ਦੀ ਦਇਆ ਹੋ ਗਈ ਤੇ ਗੁਰੂ ਦੀ ਮੱਤ ਆ ਗਈ, ਗੁਰੂ ਦੀ ਮੱਤ ਆ ਗਈ ਤਾਂ ਦਇਆ ਹੋ ਗਈ। ਤਾਂ ਉਹਦੇ ਤੇ ਹੀ ਮਾਲਕ ਤੂੰ ਸਦਾ ਸਦਾ ਦਇਆਵਾਨ ਹੈ, ਜਿਸਨੇ ਗੁਰੂ ਪਾਸੋਂ ਮੱਤ ਪ੍ਰਾਪਤ ਕੀਤੀ ਹੈ, ਯਾਨੀ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ।